ਕਰ ਰਹੀ ਹਾਂ ਹਿਮਾਚਲ ਦੀ ਯਾਨੀ ਕਿ ਕੰਗਨਾ ਰਣੌਤ ਦੀ। ਤੇ ਉਹਨਾਂ ਨੇ ਹੀ ਇਹ ਦਾਅਵਾ ਕੀਤਾ ਸੀਗਾ ਕਿ ਜਿਹੜੇ ਉਹਨਾਂ ਨੇ ਦਰਅਸਲ ਜਿਹੜਾ ਪੀਐਮ ਦਾ ਟਵੀਟ ਸੀ ਉਹਦੇ ਤੇ ਰੀਟਵੀਟ ਕੀਤਾ ਤੇ ਕਿਹਾ ਕਿ ਜਿਹੜੇ ਸੜਕਾਂ ਦੇ ਉੱਤੇ ਉਤਰੇ ਹੋਏ ਨੇ ਉਹ ਅੱਤਵਾਦੀ ਨੇ। ਅੰਨਦਾਤਾ ਨੂੰ ਅੱਤਵਾਦੀ ਨਵਾਂ ਨਾਂ ਦਿੱਤਾ ਹੈ, ਬੜੀ ਸ਼ਰਮ ਵਾਲੀ ਗੱਲ। ਸੁਣ ਹੋ ਗਈ, ਬਲੌਕ ਤਾਂ ਕਰ ਦਿੱਤਾ ਗਿਆ ਸੀ। ਬਿਲਕੁਲ ਕਰਨਾ ਹੀ ਪੈਣਾ ਸੀ। ਪੰਜਾਬੀਆਂ ਨਾਲ ਪੰਗੇ ਇੱਕਦਮ ਹੋ ਸਕਦਾ। ਉਹ ਵੀ ਸਾਡਾ ਯੂਥ ਹੀ ਹੈ ਨਾ, ਤੇ ਉਹ ਵੀ ਕਿਸਾਨ ਦੇ ਪੁੱਤ ਨੇ, ਤਾਂ ਉਹਨਾਂ ਨੇ ਇਹਦਾ ਠੁਕਵਾ ਜਵਾਬ ਦੇ ਦਿੱਤਾ ਹੋਇਆ ਕੰਗਨਾ ਰਣੌਤ ਨੂੰ। ਉਹਨਾਂ ਨੇ ਇਹਦਾ ਠੁਕਵਾ ਜਵਾਬ ਦਿੰਦੇ ਹੋਏ ਟਵੀਟ ਕੀਤਾ ਸੀ ਕਿ ਮੈਡਮ ਜੀ ਤੁਸੀਂ ਕਿਹਨਾਂ ਨੂੰ ਅੱਤਵਾਦੀ ਕਹਿ ਰਹੇ ਹੋ, ਕਲੀਅਰ ਤਾਂ ਕਰੋ ਤੁਸੀਂ ਪਹਿਲਾਂ। ਤੁਸੀਂ ਅੱਤਵਾਦੀ ਜਿਹੜਾ ਵਰਡ ਯੂਜ਼ ਕੀਤਾ ਹੈ, ਤੁਸੀਂ ਕਹਿ ਕਿਹਨੂੰ ਰਹੇ ਹੋ ਪੂਰੀ ਤਰ੍ਹਾਂ ਕਲੀਅਰ ਕਰੋ ਪਹਿਲਾਂ ਤਾਂ। ਰਣਜੀਤ ਬਾਵਾ, ਹਾਂਜੀ, ਇਹ ਰਣਜੀਤ ਬਾਵਾ ਜੀ ਨੇ ਉਹਨਾਂ ਨੂੰ ਰੀਟਵੀਟ ਕਰਕੇ ਉਹਨਾਂ ਦੇ ਟਵੀਟ ਦਾ ਰਿਪਲਾਈ ਕਰਕੇ ਉਹਨਾਂ ਨੂੰ ਠੁਕਵਾ ਜਵਾਬ ਦਿੱਤਾ। ਉਹਨਾਂ ਨੂੰ ਗੁਰਦਾਸਪੁਰ ਦੇ ਵਿੱਚ ਮਤਲਬ ਉਹਨਾਂ ਦੀ ਐਂਟਰੀ ਵੀ ਬੈਨ ਕਰ ਦਿੱਤੀ ਤੇ ਉਹਨਾਂ ਉੱਥੇ ਦੇ ਲੋਕਾਂ ਦਾ ਇਹ ਕਹਿਣਾ ਕਿ ਜਿਹੜਾ ਸਨੀ ਦਿਓਲ ਦਾ 2.5 ਕਿਲੋ ਦਾ ਹੱਥ ਵਾ ਉਹ ਕਿਸਾਨਾਂ ਦੇ ਹਿੱਕ ਤੇ ਹੀ ਵੱਜਣ ਡਿਆ ਵਾ। ਫਿਲਮ ਸੀ ਉਹਨਾਂ ਦੀ ਘਾਤਕ, ਕਾਕੀਆ ਦੇ ਸਾਹਮਣੇ ਘਾਇਲ ਸੀ, ਕਾਕੀਆ ਦੇ ਸਾਹਮਣੇ ਤੇ ਉਹ ਝੁਕੇ ਨਹੀਂ, ਤੇ ਫਿਰ ਮੋਦੀ ਸਾਹਿਬ ਦੇ ਸਾਹਮਣੇ ਉਹ ਕਿੱਦਾਂ ਝੁਕ ਗਏ। ਦਾ ਟੀਵੀ ਐਨਆਰਆਈ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ, ਤੇ ਮੈਂ ਹਾਂ ਰਿਸ਼ਪਾਲ ਸਿੰਘ। ਜਿਵੇਂ ਅਸੀਂ ਸਭ ਜਾਣਦੇ ਕਿ 25 ਸਤੰਬਰ ਦੇਸ਼ ਦੇ ਲਈ ਬਹੁਤ ਹੀ ਵੱਡਾ ਦਿਨ ਹੋਣ ਵਾਲਾ ਹੈ, ਕਿਉਂਕਿ 25 ਸਤੰਬਰ ਨੂੰ ਕਿਸਾਨਾਂ ਵੱਲੋਂ ਪੰਜਾਬ ਬੰਦ ਦੀ ਇੱਕ ਕੌਲ, ਪੰਜਾਬ ਬੰਦ ਦਾ ਸੱਦਾ ਜਿਹੜਾ ਹੈ ਉਹ ਦਿੱਤਾ ਗਿਆ। ਵੈਸੇ ਤਾਂ ਇਸ ਤੋਂ ਪਹਿਲਾਂ 25 ਸਤੰਬਰ ਜਿਹੜੀ ਹੈ ਉਹ ਰਾਜਨੀਤਿਕ ਪਾਰਟੀ ਜਿਹੜੀਆਂ ਨੇ ਜਾਂ ਰਾਜਨੇਤਾ ਨੇ ਜਿਹੜੇ ਉਹ ਉਹਨੂੰ ਕੈਸ਼ ਕਰਨ ਦੇ ਚੱਕਰ 'ਚ ਸੀ, ਕਿਸਾਨਾਂ ਦੇ ਮਸੀਹਾ ਬਣਨ ਦੇ ਚੱਕਰ 'ਚ ਸੀ, ਪਰ ਕਿਸਾਨਾਂ ਨੇ ਉਹਨਾਂ ਨੂੰ ਨਕਾਰ ਦਿੱਤਾ। ਪਰ ਇਹਦੇ ਦੌਰਾਨ ਹੀ ਕਿਸਾਨਾਂ ਦੇ ਹੀ ਪੁੱਤਰ ਜਿਹੜੇ ਪੰਜਾਬੀ ਇੰਡਸਟਰੀ ਤੇ ਰਾਜ ਕਰ ਰਹੇ ਨੇ, ਪੰਜਾਬੀ ਸਿੰਗਰ ਤੇ ਫਿਲਮੀ ਕਲਾਕਾਰ, ਨਾਮਵਰ ਕਲਾਕਾਰ ਜੋ ਸੈਲੀਬ੍ਰਿਟੀ ਨੇ, ਐਸੇ ਸਿੰਗਰ ਜਿਹੜੇ ਨੇ ਉਹਨਾਂ ਨੇ ਐਲਾਨੀਆਂ ਇਹ ਕਹਿ ਦਿੱਤਾ ਕਿ 25 ਸਤੰਬਰ ਨੂੰ ਕਿਸਾਨਾਂ ਦੇ ਮੋਰਚੇ ਦੇ ਵਿੱਚ ਯਾਨੀ ਕਿ ਪੰਜਾਬ ਬੰਦ ਨੂੰ ਸਫਲ ਬਣਾਉਣ ਵਾਸਤੇ ਸਮੁੱਚੀ ਇੰਡਸਟਰੀ, ਸੰਗੀਤ ਜਗਤ ਜਿਹੜਾ ਹੈ ਉਹ ਕਿਸਾਨਾਂ ਦੇ ਨਾਲ ਚੱਟਾਨ ਵਾਂਗੂ ਖੜਾ ਹੈ। ਔਰ ਇਹਦੇ ਨਾਲ ਫਰਕ ਕੀ ਪਿਆ? ਫਰਕ ਇਹ ਪਿਆ ਕਿ ਕਲਾਕਾਰਾਂ ਦੇ ਆਉਣ ਦੇ ਨਾਲ ਪੰਜਾਬ ਦਾ ਯੂਥ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਾ ਦਿਖਾਈ ਦੇਵੇਗਾ। ਕਿਉਂਕਿ ਇਸ ਤੋਂ ਪਹਿਲਾਂ ਤੁਸੀਂ ਆਪਣੀਆਂ ਤਸਵੀਰਾਂ ਦੇ ਵਿੱਚ ਦੇਖਿਆ ਕਿ ਸੜਕਾਂ ਤੇ ਜਾਮ ਨੇ, ਪਰ ਉਹਨਾਂ 'ਚ ਜ਼ਿਆਦਾਤਰ ਚਿਹਰੇ ਤੁਹਾਨੂੰ ਬਜ਼ੁਰਗ ਦਿਖਾਈ ਦੇ ਰਹੇ ਨੇ। ਪਰ ਹੁਣ ਤੁਹਾਨੂੰ ਦਿਖਾਈ ਦੇਣਗੇ 25 ਸਤੰਬਰ ਨੂੰ ਬਿਲਕੁਲ ਸੜਕਾਂ ਜਿਹੜੀਆਂ ਭਰੀਆਂ ਹੋਈਆਂ, ਸੜਕਾਂ ਤੇ ਜਨ ਸੈਲਾਬ ਔਰ ਖਾਸ ਕਰਕੇ ਯੂਥ ਆਪਣੇ ਚਹੇਤੇ ਕਲਾਕਾਰਾਂ ਨੂੰ ਦੇਖਣ ਲਈ, ਮਿਲਣ ਲਈ ਔਰ ਉਹਨਾਂ ਦੀ ਸਪੋਰਟ ਦੇ ਵਿੱਚ ਪੰਜਾਬ ਬੰਦ ਨੂੰ ਸਫਲ ਬਣਾਉਣ ਲਈ ਪਹੁੰਚ ਰਿਹਾ। ਸੋ ਇਸੇ ਉੱਪਰ ਵੀ ਅੱਜ ਦੀ ਅਸੀਂ ਇੱਕ ਵਿਸ਼ੇਸ਼ ਚਰਚਾ ਰੱਖੀ ਹੈ, ਜਿਸ ਚਰਚਾ ਦੇ ਵਿੱਚ ਸਾਡੇ ਨਾਲ ਮੇਰੇ ਸਹਿਯੋਗੀ ਪੁਸ਼ਪਾ ਸੈਣੀ ਜੀ ਮੌਜੂਦ ਨੇ ਔਰ ਇਸ ਤੋਂ ਇਲਾਵਾ ਫਿਲਮੀ ਕਲਾਕਾਰ ਔਰ ਖਾਸ ਕਰਕੇ ਜਿਹੜੇ ਸਿੰਗਰ ਨੇ, ਸੰਗੀਤ ਜਗਤ ਦੀਆਂ ਵੱਡੀਆਂ ਸੈਲੀਬ੍ਰਿਟੀਜ਼, ਸੋ ਉਹਨਾਂ ਦੇ ਪ੍ਰਸ਼ੰਸਕ, ਉਹਨਾਂ ਦੇ ਫੈਨਸ ਵੀ ਸਾਡੇ ਨਾਲ ਨੇ। ਸੋ ਸਾਡੇ ਨਾਲ ਨੇ ਸਿਮਰਨ ਤੇ ਹਿਨਾ ਜੀ ਔਰ ਪੁਸ਼ਪਾ ਜੀ। ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਸਰ। ਪੁਸ਼ਪਾ ਜੀ, ਤੁਹਾਨੂੰ ਕੀ ਲੱਗਦਾ ਕਿ ਜੋ 25 ਸਤੰਬਰ ਹੈ ਜਿਸ ਦਿਨ ਪੰਜਾਬ ਬੰਦ ਦਾ ਸੱਦਾ ਹੈ, ਇਸ ਤੋਂ ਪਹਿਲਾਂ ਤਾਂ ਵੈਸੇ ਕਿਸਾਨ ਬਾਰ-ਬਾਰ ਅਪੀਲ ਕਰ ਰਹੇ ਸੀ ਕਿ ਪੂਰੇ ਪੰਜਾਬ ਵਾਸੀਆਂ ਨੂੰ ਕਿ ਸਾਡਾ ਸਹਿਯੋਗ ਕਰੋ, ਪਰ ਅਚਾਨਕ ਸਿੰਗਰਾਂ ਦੀ ਸਪੋਰਟ ਦੇ ਨਾਲ, ਕਲਾਕਾਰਾਂ ਦੀ ਸਪੋਰਟ ਦੇ ਨਾਲ ਕਹਿੰਦੇ ਬਹੁਤ ਵੱਡਾ ਹੁੰਗਾਰਾ, ਬੜਾ ਵੱਡਾ ਬਲ ਮਿਲਿਆ। ਸੋ ਪੁਸ਼ਪਾ ਜੀ ਕਿਸ ਨਜ਼ਰੀਏ ਨਾਲ ਦੇਖਦੇ ਹੋ ਤੁਸੀਂ? ਬਿਲਕੁਲ ਰਸ਼ਪਾਲ ਜੀ, ਕਿਉਂਕਿ ਪਹਿਲੇ ਦਿਨ ਤੋਂ ਹੀ ਕਿਸਾਨਾਂ ਦਾ ਜੋ ਸੰਘਰਸ਼ ਸੀ ਉਹ ਸੜਕਾਂ ਤੇ ਸਾਨੂੰ ਨਜ਼ਰ ਆਇਆ। ਕਿਸਾਨ ਜਿੱਦਾਂ ਹੀ ਲੋਕ ਸਭਾ ਦੇ ਵਿੱਚ ਇਸ ਬਿੱਲ ਨੇ ਐਂਟਰੀ ਕੀਤੀ ਤਾਂ ਜੋ ਕਿਸਾਨ ਸੀ ਉਹ ਸੜਕਾਂ ਤੇ ਆ ਗਏ ਕਿ ਇਹ ਬਿੱਲ ਉਹਨਾਂ ਨੂੰ ਨਾ ਮਨਜ਼ੂਰ ਹੈ। ਤੇ ਕੋਈ ਵੀ ਸੰਘਰਸ਼ ਹੋਵੇ, ਕੋਈ ਵੀ ਪ੍ਰਦਰਸ਼ਨ ਹੋਵੇ, ਜਦ ਤੱਕ ਯੂਥ ਉਸ ਦੇ ਵਿੱਚ ਨਹੀਂ ਆਂਦਾ ਉਹ ਅਧੂਰਾ ਮੰਨਿਆ ਜਾਂਦਾ ਹੈ। ਕਿਉਂਕਿ ਯੂਥ ਫੁੱਲ ਐਨਰਜੀ ਹੈ, ਉਹ ਗਰਮ ਖੂਨ ਹੈ, ਬਹੁਤ ਸਾਰੇ ਦਿਮਾਗ ਦੇ ਵਿੱਚ ਉਹਨਾਂ ਦੇ ਨਵੇਂ-ਨਵੇਂ ਆਈਡੀਆਜ਼ ਆਉਂਦੇ ਨੇ, ਉਹ ਸਾਡੇ ਦੇਸ਼ ਦਾ ਭਵਿੱਖ ਨੇ। ਤੇ ਕਿਸਾਨ ਜੋ ਸਾਡਾ ਅੰਨਦਾਤਾ ਹੈ ਇਸ ਦੇਸ਼ ਦਾ, ਜੋ ਸਾਰਿਆਂ ਦੇ ਢਿੱਡ ਭਰਦਾ ਹੈ, ਬੇਸ਼ੱਕ ਉਸ ਦੇ ਬੱਚੇ ਖੁਦ ਭੁੱਖੇ ਰਹਿਣ ਬਟ ਉਹ ਪੂਰੇ ਦੇਸ਼ ਦਾ ਢਿੱਡ ਭਰਦਾ ਹੈ। ਤੇ ਮੈਨੂੰ ਲੱਗਦਾ ਹੈ ਕਿ ਜਿਹੜੇ ਨੌਜਵਾਨ ਪੀੜ੍ਹੀ ਜਿਹੜੀ ਅੱਗੇ ਆਈ ਹੈ, ਸਿੰਗਰ ਜਿਹੜੇ ਅੱਗੇ ਆਏ ਨੇ, ਉਹਨਾਂ ਨੂੰ ਕਿਤੇ ਨਾ ਕਿਤੇ ਕਿਸਾਨਾਂ ਦਾ ਦਰਦ ਜੋ ਹੈ ਉਹ ਉਹਨਾਂ ਨੇ ਮਹਿਸੂਸ ਕੀਤਾ ਹੈ। ਉਹਨਾਂ ਨੂੰ ਇਹ ਸ਼ਰਮ ਆਈ ਹੈ ਕਿ ਸਾਡੇ ਵੱਡੇ ਵਡੇਰੇ ਜੋ ਨੇ, ਸਾਡੇ ਬਜ਼ੁਰਗ ਜੋ ਨੇ 80-80 90-90 ਸਾਲਾਂ ਦੇ, ਉਹ ਸੜਕਾਂ ਤੇ ਨੇ, ਉਹ ਲਾਠੀਆਂ ਖਾ ਰਹੇ ਨੇ, ਪਾਣੀ ਦੀਆਂ ਬੁਛਾਰਾਂ ਉਹਨਾਂ ਦੇ ਉੱਤੇ ਹੋ ਰਹੀਆਂ ਨੇ, ਤੇ ਉਹਨਾਂ ਨੂੰ ਸ਼ਰਮ ਆਈ ਹੈ। ਤੇ ਉਹ ਯੂਥ ਵੀ ਹੁਣ ਕਿਸਾਨਾਂ ਦੇ ਨਾਲ ਆਇਆ ਹੈ ਤੇ ਇਹ ਜਿਹੜਾ ਸੰਘਰਸ਼ ਹੈ ਇਸ ਨੂੰ ਹੋਰ ਵੀ ਬੜਾਵਾ ਮਿਲਿਆ ਹੈ। ਪੁਸ਼ਪਾ ਜੀ, ਇੱਕ ਸੱਚਾਈ ਹੈ ਨਾ ਜਿਹੜੀ ਇਹਨਾਂ ਕਲਾਕਾਰਾਂ ਵਾਸਤੇ, ਉਹ 25 ਤਰੀਕ ਨੂੰ ਦੇਖਣ ਵਾਲੀ ਹੈ ਜਦੋਂ ਜਨ ਸੈਲਾਬ ਸੜਕਾਂ ਦੇ ਉੱਪਰ ਉਤਰੇਗਾ ਔਰ ਲੱਖਾਂ ਦੀ ਤਾਦਾਦ 'ਚ, ਕਰੋੜਾਂ ਦੀ ਤਾਦਾਦ ਦੇ ਵਿੱਚ ਜਦੋਂ ਕਿਸਾਨ ਸੜਕਾਂ ਦੇ ਉੱਪਰ ਆਪਣਾ ਗੁੱਸਾ ਜ਼ਾਹਿਰ ਕਰੇਗਾ, ਸਰਕਾਰਾਂ ਦੇ ਖਿਲਾਫ ਆਪਣਾ
ਨਾਰਾਜ਼ਗੀ ਜਿਹੜੀ ਹੈ ਆਪਣੀ ਨਾਰਾਜ਼ਗੀ ਜਤਾਏਗਾ ਜੀ। ਤਾਂ ਇਹਨਾਂ ਕਲਾਕਾਰਾਂ ਨੂੰ ਸਮਝ ਆ ਜਾਏਗੀ ਕਿ ਜਿਨ੍ਹਾਂ ਕਿਸਾਨਾਂ ਨੂੰ ਤੁਸੀਂ ਖਾਮਖਾਈ ਹਊਆ ਬਣਾ ਛੜਿਆ, ਜੀ। ਡਾਊਨ ਬਣਾ ਛੜਿਆ, ਬੰਦੂਕਾਂ ਦੀਆਂ ਗੱਲਾਂ ਕਰਦੇ ਸੋ, ਰਿਵਾਲਵਰਾਂ ਦੀਆਂ ਗੱਲਾਂ ਕਰਦੇ ਸੋ, ਅਦਾਲਤਾਂ ਦੀਆਂ ਗੱਲਾਂ ਕਰਦੇ ਸੀ, ਕਚਹਿਰੀਆਂ ਦੀਆਂ ਗੱਲਾਂ ਕਰਦੇ ਸੀ, ਥਾਣਿਆਂ ਦੀਆਂ ਗੱਲਾਂ ਕਰਦੇ ਸੀ, ਤੇ ਉਹ ਕਿਸਾਨ ਦੀ ਥਾਲੀ ਦੇ ਵਿੱਚ ਭਾਈ ਇਸ ਵੇਲੇ ਜਿਹੜੀ ਰੋਟੀ ਪਈ ਹੈ ਨਾ ਕੇਂਦਰ ਸਰਕਾਰ ਉਹ ਖੋਹਣ ਜਾ ਰਹੀ ਹੈ। ਸੋ ਇਹਨਾਂ ਕਲਾਕਾਰਾਂ ਨੂੰ ਹੁਣ ਤਾਂ ਆਪਣੀ ਸੋਚ ਵੀ ਬਦਲਣੀ ਪਏਗੀ। ਜਿਹੜੇ ਜੱਟ ਦਾ ਇਹ ਕਲਾਕਾਰ ਜ਼ਿਕਰ ਕਰਦੇ ਆ ਨਾ, ਜੀ। ਉਹ ਜੱਟ 25 ਤਰੀਕ ਨੂੰ ਇੱਕ ਵਾਰੀ ਇਹ ਕਲਾਕਾਰ ਝਾਤੀ ਮਾਰ ਕੇ ਦੇਖ ਲੈਣ ਕਿ ਉਹ ਜਿਹਾ ਜੱਟ ਇਹਨਾਂ ਨੂੰ ਕੋਈ ਲੱਭਦਾ ਮਿਲਦਾ। ਜੀ, ਜੀ। ਪਰ ਪੁਸ਼ਪਾ ਜੀ ਇੱਕ ਇੱਥੇ ਸਵਾਲ ਖੜਾ ਹੋ ਰਿਹਾ ਕਿ ਕਲਾਕਾਰਾਂ ਦੇ ਆਉਣ ਨਾਲ ਤੇ ਨੇਤਾਵਾਂ ਦੇ ਆਉਣ ਨਾਲ ਦੋ ਅਲੱਗ-ਅਲੱਗ ਚੀਜ਼ਾਂ ਨੇ। ਨੇਤਾਵਾਂ ਦੇ ਨਾਲ ਤਾਂ ਜਨਤਾ ਹੁੰਦੀ ਹੈ, ਬਹੁਤ ਜਨਤਾ ਹੁੰਦੀ ਹੈ, ਉਹਨਾਂ ਦੇ ਵਰਕਰ ਹੁੰਦੇ ਨੇ, ਪਾਰਟੀ ਸਪੋਰਟਰ ਹੁੰਦੇ ਨੇ। ਜੀ। ਨੇਤਾਵਾਂ ਦੇ ਆਉਣ ਨਾਲ ਕਿਸਾਨਾਂ ਨੂੰ ਫਾਇਦਾ ਹੈ ਕਿ ਕਲਾਕਾਰ ਆਉਣ ਉਹਦੇ ਨਾਲ ਫਾਇਦਾ ਹੈ? ਦੇਖੋ ਜਿਹੜੇ ਹੈਗੇ ਨੇ ਨੇਤਾ ਲੋਕ, ਇਹ ਜਦੋਂ ਵੋਟਾਂ ਦਾ ਟਾਈਮ ਆਉਂਦਾ ਹੈ ਉਦੋਂ ਵੱਡੇ ਵੱਡੇ ਵਾਅਦੇ ਕਰਦੇ ਨੇ ਕਿਸਾਨਾਂ ਦੇ ਨਾਲ, ਪਰ ਜਿਵੇਂ ਹੀ ਇਹ ਸਮਾਂ ਨਿਕਲਿਆ, ਜਿੱਦਾਂ ਹੀ ਸੱਤਾ ਹਾਸਲ ਹੋਈ, ਕੁਰਸੀ ਮਿਲੀ, ਤਾਂ ਕਿਸਾਨਾਂ ਨੂੰ ਇਹ ਟਿੱਚ ਵੀ ਨਹੀਂ ਸਮਝਦੇ, ਉਹਨਾਂ ਵੱਲ ਨਹੀਂ ਫਿਰ ਵੇਖਿਆ ਜਾਂਦਾ। ਠੀਕ ਹੈ। ਫਿਰ ਉਹਨਾਂ ਹੀ ਕਿਸਾਨਾਂ ਦੇ ਲਈ ਫਿਰ ਇਦਾਂ ਦੇ ਬਿੱਲ ਆਉਂਦੇ ਨੇ ਜੋ ਹੁਣ ਕੇਂਦਰ ਸਰਕਾਰ ਲੈ ਕੇ ਆਈ ਹੈ, ਜੋ ਕਿ ਆਪਣੇ ਆਪ ਨੂੰ ਕਿਸਾਨ ਹਿਤੈਸ਼ੀ ਕਹਿੰਦੀ ਸੀ, ਪਰ ਹੁਣ ਉਸਨੇ ਹੀ ਕਿਸਾਨਾਂ ਨੂੰ ਮਜਬੂਰ ਕਰ ਦਿੱਤਾ ਕਿ ਉਹ ਸੜਕਾਂ ਦੇ ਉੱਤੇ ਆ ਚੁੱਕੇ ਨੇ। ਠੀਕ। ਮੇਰਾ ਜੋ ਵਿਚਾਰ ਹੈ, ਮੇਰਾ ਵਿਚਾਰ ਹੈ ਕਿ ਜਿਹੜੇ ਸਾਡੇ ਸਿੰਗਰ ਨੇ, ਜਿਹੜੇ ਗਾਇਕ ਨੇ, ਤੁਸੀਂ ਬਿਲਕੁਲ ਸਹੀ ਜ਼ਿਕਰ ਕੀਤਾ ਕਿ ਇਹਨਾਂ ਨੇ ਕਿਸਾਨਾਂ ਨੂੰ ਇੱਕ ਬਹੁਤ ਹਊਆ ਟਾਈਪ ਇਹਨਾਂ ਨੇ ਅੱਗੇ ਪ੍ਰਸਤੁਤ ਕੀਤਾ ਲੋਕਾਂ ਦੇ ਸਾਹਮਣੇ ਕਿ ਹਾਂ ਕਿਸਾਨ ਵੱਡੇ ਜ਼ਮੀਨਾਂ ਦੇ ਮਾਲਕ ਨੇ, ਅਦਾਲਤਾਂ 'ਚ ਇਹਨਾਂ ਦੇ ਕੇਸ ਚੱਲਦੇ ਨੇ, ਜਿੱਦਾਂ ਜੱਟ ਜਿੱਦਾਂ ਆਪਾਂ ਕਹਿ ਦਈਏ ਕਿ ਉਸ ਤਰੀਕੇ ਨਾਲ ਕਚਹਿਰੀਆਂ 'ਚ ਮੇਲੇ ਹਾਂਜੀ। ਲੱਗਦੇ ਜਦੋਂ ਪੈਂਦੀ ਹਾਂ। ਹੈ ਤਰੀਕੇ ਕਿਸੇ ਜੱਟ ਦੀ। ਬਿਲਕੁਲ ਸਹੀ ਕਿਹਾ ਹਾਂ। ਤੁਸੀਂ। ਬਟ ਹੁਣ ਇਹਨਾਂ ਸਿੰਗਰਾਂ ਨੂੰ ਸਮਝ ਆਵੇਗਾ ਵਾਕਈ ਦੇ ਵਿੱਚ ਕੀ ਹੈ, ਜਿਹੜੇ ਕਿਸਾਨ ਨੇ ਆਖਰਕਾਰ ਆਪਣੀ ਰੋਜੀ ਰੋਟੀ ਕਮਾਉਣ ਦੇ ਲਈ, ਥਾਲੀ ਦੇ ਵਿੱਚ ਜੋ ਦੋ ਫੁਲਕੇ ਪਏ ਨੇ ਉਹਨਾਂ ਨੂੰ ਬਚਾਉਣ ਦੇ ਲਈ, ਆਪਣੇ ਬੱਚਿਆਂ ਦਾ ਢਿੱਡ ਭਰਨ ਦੇ ਲਈ ਹੈ ਸੜਕਾਂ ਦੇ ਉੱਤੇ ਆਏ ਨੇ, ਤੇ ਇਹਨਾਂ ਦੀ ਕਿੰਨੀ ਵੱਡੀ ਮਜਬੂਰੀ ਹੈ। ਇਹੀ ਗੱਲ ਪੁਸ਼ਪਾ ਜੀ ਮੈਂ ਪੁੱਛ ਰਿਹਾ ਸੀ ਕਿ ਨੇਤਾ ਆਉਣਗੇ ਤੇ ਕਿਸਾਨਾਂ ਨੂੰ ਉਹਨਾਂ ਦੇ ਨਾਲ ਫਾਇਦਾ, ਕਿਉਂਕਿ ਨੇਤਾ ਆਉਂਦੇ ਨੇ ਤੇ ਫਿਰ ਤਾਂ ਕਿਸਾਨਾਂ ਨੂੰ ਲੱਗੇਗਾ ਕਿ ਸਾਡਾ ਮੋਰਚਾ ਹੋਰ ਜ਼ਬਰਦਸਤ ਬਿਲਕੁਲ, ਮਜ਼ਬੂਤ ਹੋਇਆ। ਬਿਲਕੁਲ। ਪਰ ਕਿਸਾਨ ਨੇਤਾਵਾਂ ਨੂੰ ਕਹ ਰਹੇ ਵੜਿਓ ਨਾ, ਜੀ। ਸਿੱਧਾ ਹੀ ਕਹਿੰਦੇ ਆ ਵੜਿਓ ਨਾ। ਕਿਉਂਕਿ ਨੇਤਾ ਲੋਕਾਂ ਤੋਂ ਵਿਸ਼ਵਾਸ ਉੱਠ ਗਿਆ ਕਿਸਾਨਾਂ ਦਾ, ਤੇ ਜਿਹੜੇ ਸਿੰਗਰ ਨੇ ਮੈਨੂੰ ਲੱਗਦਾ ਉਹ ਆਪਣਾ ਅਹਿਮ ਰੋਲ ਨਿਭਾਉਣਗੇ ਕਿਸਾਨਾਂ ਦੇ ਹੱਕ ਵਿੱਚ ਜੋ ਖੜੋਤੇ ਨੇ, ਕਿਉਂਕਿ ਇਸ ਦੇ ਨਾਲ ਸਰਕਾਰਾਂ ਦੀਆਂ ਜੋ ਉਹਨਾਂ ਨੇ ਆਪਣੇ ਕੰਨ ਬੰਦ ਕੀਤੇ ਹੋਏ ਨੇ, ਜੋ ਜੂੰ ਤੱਕ ਨਹੀਂ ਸਰਕਰੀ, ਉਹਨਾਂ ਦੀਆਂ ਅੱਖਾਂ ਖੁੱਲਣਗੀਆਂ, ਤੇ ਜਿਹੜੇ ਸਿੰਗਰਾਂ ਨੂੰ ਵੀ ਕੁਝ ਸਮਝ ਆਵੇਗੀ। ਤੇ ਸਭ ਤੋਂ ਵੱਡਾ ਰੋਲ ਜਿਹੜਾ ਯੂਥ ਦਾ ਹੈ, ਯੂਥ ਜੋ ਹੈ ਉਹ ਸਿੰਗਰਾਂ ਨੂੰ ਬਹੁਤ ਸੁਣਦਾ ਹੈ, ਉਹਨਾਂ ਦੇ ਆਪਣੇ ਉਹ ਫੈਨ ਨੇ ਹਰ ਇੱਕ ਸਿੰਗਰ ਦੇ, ਤੇ ਉਹਨਾਂ ਨੂੰ ਇਹ ਹੋਊਗਾ ਕਿ ਹਾਂਜੀ ਵੀ ਇਹ ਬੰਦਾ ਕਿਸਾਨਾਂ ਦੇ ਹੱਕ 'ਚ ਖੜੋਤਾ ਹੈ, ਤੇ ਉਹ ਜ਼ਰੂਰ ਅਟਰੈਕਟ ਹੋਣਗੇ। 25 ਸਤੰਬਰ ਨੂੰ ਜੀ। ਸੋ ਆਖਿਰ ਪੰਜਾਬ ਦੇ ਵਿੱਚ ਹੀ ਨਹੀਂ ਪੂਰੇ ਦੇਸ਼ 'ਚ ਮਾਹੌਲ ਕੈਸਾ ਹੋਏਗਾ, ਖਾਸ ਕਰਕੇ ਪੰਜਾਬ ਦੇ ਵਿੱਚ ਦੇਖਣ ਵਾਲਾ ਹੋਏਗਾ। ਸੋ ਕਲਾਕਾਰਾਂ ਦਾ ਜ਼ਿਕਰ ਹੋਇਆ ਤੇ ਕਲਾਕਾਰਾਂ ਦੇ ਫੈਨਸ ਸਾਡੇ ਨਾਲ ਨੇ। ਅਸੀਂ ਇਹਨਾਂ ਤੋਂ ਜਾਣਾਂਗੇ ਕਿ 25 ਸਤੰਬਰ ਨੂੰ ਇਹ ਕਿੱਥੇ ਹੋਣਗੇ, ਕਿਹੜੇ ਕਲਾਕਾਰ ਨੂੰ ਮਿਲਣਾ ਚਾਹਣਗੇ, ਔਰ ਕਲਾਕਾਰਾਂ ਦੀ ਜੋ ਸੋਚ ਹੈ ਉਹ ਤੇ ਕੈਸਾ ਪਹਿਰਾ ਦੇਣਗੇ, ਔਰ ਜਿਹੜੇ ਕਿਸਾਨ ਨੇ ਉਹਨਾਂ ਦਾ ਸਾਥ ਕਿਵੇਂ ਦੇਣਗੇ। ਸੋ ਸਿਮਰਨ ਜੀ, ਹਾਂਜੀ ਸਰ। 25 ਸਤੰਬਰ ਹਾਂਜੀ ਆ ਰਹੀ ਹੈ। ਹਾਂਜੀ ਸਰ। ਸੋ 25 ਸਤੰਬਰ ਬਾਰੇ ਤੁਹਾਡਾ ਕੀ ਵਿਚਾਰ ਹੋ? ਸਭ ਤੋਂ ਪਹਿਲਾਂ ਤਾਂ ਮੈਂ ਚਾਹਾਂਗਾ ਕਿ ਜਿਹੜੇ ਕਲਾਕਾਰਾਂ ਨੂੰ ਤੁਸੀਂ ਬਹੁਤ ਪਸੰਦ ਕਰਦੇ ਹੋ, ਸੁਣਦੇ ਹੋ, ਦੇਖਦੇ ਹੋ, ਉਹ ਕਿਹੜੇ ਨੇ? ਸਰ ਬੱਬੂ ਮਾਨ, ਦਲਜੀਤ ਦੋਸਾਂਝ, ਐਮੀ ਵਿਰਕ, ਫਿਰ ਅਨਮੋਲ ਗਗਨ, ਫਿਰ ਰਣਜੀਤ ਬਾਵਾ। ਸਰ ਅਜਿਹੇ ਬਹੁਤ ਸਾਰੇ ਸਿੰਗਰ ਨੇ ਮਤਲਬ ਜਿਨ੍ਹਾਂ ਨੇ ਕਿਸਾਨਾਂ ਦਾ ਵੀ ਸਪੋਰਟ ਕੀਤਾ, ਤੇ ਫਿਰ ਉਹਨਾਂ ਨੇ ਕਿਸਾਨਾਂ ਦੇ ਹੱਕ ਦੇ ਲਈ ਮੁਹਿੰਮ ਵੀ ਚਲਾਈ ਸੋਸ਼ਲ ਮੀਡੀਆ ਤੇ, ਉਹਨਾਂ ਦੇ ਵੱਲੋਂ ਲਗਾਤਾਰ ਪੋਸਟਾਂ ਵੀ ਕੀਤੀਆਂ ਜਾ ਰਹੀਆਂ ਨੇ ਕਿਸਾਨਾਂ ਦੇ ਹੱਕਾਂ ਦੇ ਵਿੱਚ। ਅੱਛਾ, ਇਹ ਚੀਜ਼ ਦੱਸੋ ਸਿਮਰਨ ਕਿ ਕਿਸਾਨਾਂ ਦੇ ਨਾਂ ਤੇ ਤਾਂ ਪਹਿਲਾਂ ਕੈਸਟਾਂ ਕੱਢੀਆਂ, ਪਹਿਲਾਂ ਗਾਣੇ ਕੱਢੇ, ਹਾਂਜੀ ਸਰ। ਠੀਕ ਹੈ ਨਾ, ਤੇ ਉਹਨਾਂ ਦੇ ਨਾਂ ਤੇ ਤਾਂ ਪਹਿਲਾਂ ਨੋਟ ਇਕੱਠੇ ਕਾਫੀ ਕਰ ਲਏ, ਕਮਾਈ ਬੜੀ ਕਰ ਲਈ। ਹਾਂਜੀ ਮੇਰੇ ਸਰ। ਖਿਆਲ ਨਾਲ ਕਿਤੇ ਨਾ ਕਿਤੇ ਇਹਨਾਂ ਦੀ ਜ਼ਮੀਰ ਵੀ ਜਾਗ ਹੀ ਪਈ। ਇਹਨਾਂ ਨੂੰ ਲੱਗਿਆ ਕਿ ਅਸੀਂ ਆਪਣੇ ਵੱਡੇ ਬਜ਼ੁਰਗਾਂ ਦੇ ਨਾਂ ਤੇ ਬੜੀ ਧਨ ਦੌਲਤ ਇਕੱਠੀ ਕਰ ਲਈ। ਉਹਨਾਂ ਦੇ ਹੱਥਾਂ 'ਚ ਦਾਤਰ, ਕਿਰਪਾਨਾਂ, ਟਕੂਏ ਤੇ ਬੜਾ ਕੁਝ ਫੜਾ ਕੇ ਦੇਖ ਲਿਆ ਕਿ ਸਹੀ। ਹੁਣ ਸਾਨੂੰ ਜਿਹੜਾ ਇਹਨਾਂ ਦਾ ਸਾਥ ਦੇਣਾ ਚਾਹੀਦਾ। ਹਾਂਜੀ ਸਰ, ਬਿਲਕੁਲ ਤੁਸੀਂ ਸਹੀ ਕਿਹਾ ਕਿ ਪਹਿਲਾਂ ਜਿੱਦਾਂ ਦਿਖਾਉਂਦੇ ਸੀ ਜੱਟ ਜ਼ਮੀਂਦਾਰ, ਹਥਿਆਰ ਉਹਨਾਂ ਦੇ ਕੋਲ, ਤੇ ਜਿੱਦਾਂ ਬੰਦਾ ਵੇਖਿਆ ਤੇ ਨਾਲ ਹੀ ਸ਼ੂਟ ਕਰਤਾ, ਇਹੋ ਜੀ ਇਮੇਜ ਬਣਾਤੀ ਸੀ ਮਤਲਬ ਜੱਟਾਂ ਦੀ, ਕਿਸਾਨਾਂ ਦੀ, ਜ਼ਮੀਂਦਾਰਾਂ ਦੀ ਸਾਰਿਆਂ ਸਾਹਮਣੇ। ਬਟ ਜ਼ਿਆਦਾਤਰ ਦੇਖਿਆ ਜਾਵੇ ਤਾਂ ਜਿਹੜੇ ਸਿੰਗਰ ਆ ਉਹ ਕਿਸਾਨਾਂ ਦੀ ਫੈਮਿਲੀ ਤੋਂ ਬਿਲੋਂਗ ਕਰਦੇ ਆ, ਉਹਨਾਂ ਦੇ ਪਰਿਵਾਰ ਦੇ ਵਿੱਚੋਂ ਕੋਈ ਨਾ ਕੋਈ ਕਿਸਾਨ ਆ, ਮਤਲਬ ਉਹਨਾਂ ਨੂੰ ਅੱਜ ਪਤਾ ਚੱਲ ਰਿਹਾ ਜੋ ਕਿਸਾਨਾਂ ਦੀ ਹਾਲਾਤ ਹੈ ਪੂਰੇ ਦੇਸ਼ ਦੇ ਵਿੱਚ, ਕਿੱਦਾਂ ਧਰਨੇ ਦੇ ਰਹੇ ਨੇ, ਕਿੱਦਾਂ ਪ੍ਰਦਰਸ਼ਨ ਕਰ ਰਹੇ ਨੇ, ਕਿਤੇ ਨਾ ਕਿਤੇ ਉਹ ਖੁਦ ਨੂੰ ਆਪਣੇ ਨਾਲ ਰਿਲੇਟ ਕਰ ਰਹੇ ਨੇ। ਜੇ ਤੁਹਾਡੀ ਪਸੰਦ ਦੇ ਜਿਹੜੇ ਕਲਾਕਾਰਾਂ ਦਾ ਤੁਸੀਂ ਨਾਂ ਲਿਆ, ਜੇਕਰ ਉਹਨਾਂ ਕਲਾਕਾਰਾਂ ਦੇ ਵਿੱਚੋਂ ਕਿਸੇ ਕਲਾਕਾਰਾਂ ਨੇ 25 ਤਾਰੀਖ ਨੂੰ ਕੋਈ ਬਹਾਨਾ ਮਾਰ ਕੇ ਕਿਸਾਨਾਂ ਦਾ ਸਾਥ ਨਾ ਦਿੱਤਾ, ਜਾਂ ਕਿਸਾਨਾਂ ਦੇ ਖਿਲਾਫ ਵੀ ਨਹੀਂ ਚੱਲੇ ਤੇ ਨਾਲ ਵੀ ਨਹੀਂ ਚੱਲੇ, ਯਾਨੀ ਕਿ ਹਾਂ ਵੀ ਨਹੀਂ ਕਹਿਣੀ ਤੇ ਨਾ ਵੀ ਨਹੀਂ ਕਹਿਣੀ, ਲਾਰਿਆਂ 'ਚ ਤੈਨੂੰ ਲਾਈ ਰੱਖਣਾ, ਕਿਤੇ ਇਹ ਕਹਾਣੀ ਨਾ ਹੋ ਜਾਵੇ। ਅਗਰ ਕੋਈ ਕਲਾਕਾਰ ਇਦਾਂ ਕਰੇਗਾ ਤੁਹਾਡੇ ਚਾਹਣ ਵਾਲਿਆਂ 'ਚ, ਜਿਹੜੇ ਜਿਨ੍ਹਾਂ ਕਲਾਕਾਰਾਂ ਨੂੰ ਤੁਸੀਂ ਪਸੰਦ ਕਰਦੇ ਹੋ, ਫਿਰ
ਸਰ ਇਹ ਤਾਂ ਫਿਰ ਨਾਇਨਸਾਫੀ ਹੋ ਗਈ ਨਾ ਕਿ ਇੱਕ ਤਾਂ ਤੁਸੀਂ ਯੂਥ ਨੂੰ ਕਹਿਤਾ ਕਿ ਹਾਂ ਅਸੀਂ ਕਿਸਾਨਾਂ ਦੇ ਹੱਕ ਲਈ ਖੜੇ ਆ, ਤੁਸੀਂ ਵੀ ਕਿਸਾਨਾਂ ਦਾ ਸਮਰਥਨ ਕਰੋ, ਪਰ ਲਾਰਾ ਲਾ ਕੇ ਤੇ ਉਹ ਫਿਰ ਨਿਕਲ ਜਾਣਗੇ। ਇੱਕ ਤਰ੍ਹਾਂ ਦੀ ਉਹ ਆਪਣੀ ਮਤਲਬ ਕਿ TRP ਜਾਂ ਫੇਮਸ ਹੋਣ ਦੇ ਲਈ ਕਰ ਰਹੇ ਆ ਜੇ ਦੇਖਿਆ ਜਾਵੇ ਤਾਂ। ਪਰ ਫਿਰ ਤੁਸੀਂ ਉਹਨਾਂ ਨੂੰ ਸਬਕ ਕਿੱਦਾਂ ਸਿਖਾਓਗੇ? ਸਵਾਲ ਤੇ ਮੈਂ ਪੁੱਛਿਆ, ਜੇ ਉਹ ਕਿਸਾਨਾਂ ਦੇ ਹੱਕ 'ਚ ਨਹੀਂ ਖੜਦੇ, ਜਿਹੜਾ ਕਲਾਕਾਰਾਂ ਨੇ ਅੱਜ ਕਿਹਾ ਅਸੀਂ ਖੜਾਂਗੇ, ਤੁਹਾਡਾ ਸਟੈਂਡ ਕੀ ਹੋਏਗਾ? ਸਰ ਮੈਂ ਤੇ ਉਹਨੂੰ ਵੇਖਣਾ ਪਸੰਦ ਕਰ ਦਾਂਗੀ, ਉਹਨੂੰ ਸੁਣਨਾ ਪਸੰਦ ਉਹਨੂੰ ਵੇਖਣਾ ਬੰਦ ਕਰ ਦਾਂਗੀ, ਸੁਣਨਾ ਬੰਦ ਕਰ ਦਾਂਗੀ। ਉਹਨੂੰ ਆਪਣੇ ਜਿੰਨੇ ਵੀ ਸੋਸ਼ਲ ਮੀਡੀਆ ਅਕਾਊਂਟ ਤੇ ਮੈਂ ਉਹਨੂੰ ਫੋਲੋ ਕੀਤਾ ਆ ਤੇ ਮੈਂ ਉਹਨੂੰ ਅਨਫੋਲੋ ਕਰ ਦਾਂਗੀ। ਕੀ ਬਾਤ ਹੈ। ਸੋ ਸਿਮਰਨ ਦਾ ਸਟੈਂਡ ਜਿਹੜਾ ਹੈ ਉਹਨਾਂ ਕਿਸਾਨਾਂ ਦੇ ਲਈ ਬੜਾ ਸਾਫ਼ ਹੈ, ਔਰ ਉਹਨਾਂ ਕਲਾਕਾਰਾਂ ਲਈ ਵੀ ਬੜਾ ਸਾਫ਼ ਹੈ ਜਿਨ੍ਹਾਂ ਦੇ ਦੋ ਦੋ ਚਿਹਰੇ ਨੇ, ਦਮੂਹੇ ਨੇ ਜਿਹੜੇ। ਇਹ ਨਾ ਹੋਵੇ ਕਿ ਪਬਲਿਸਿਟੀ ਵਾਸਤੇ ਉਹਨਾਂ ਨੇ ਖਾਮ-ਖਾ ਬਿਆਨ ਛੱਡਤਾ ਹੈ, ਟਵਿੱਟਰ ਤੇ ਕੁਝ ਕਹਿ ਦਿੱਤਾ ਹੈ, ਔਰ 25 ਤਰੀਕ ਨੂੰ ਪਤਾ ਚੱਲਿਆ ਕਿ ਉਹ ਜੀ ਕੋਈ ਨਾ ਕੋਈ ਬਹਾਨਾ, ਬਿਮਾਰ ਵੀ ਬੜੇ ਹੁੰਦੇ ਨੇ, ਡਰ ਵੀ ਬੜਾ ਲੱਗਦਾ ਹੈ, ਧਮਕੀਆਂ ਵੀ ਬੜੀਆਂ ਆਉਂਦੀਆਂ ਨੇ, ਕਿਤੇ ਇਦਾਂ ਦੀ ਕੋਈ ਕਹਾਣੀ ਨਾ ਨਿਕਲ ਆਵੇ। ਚਲੋ ਖੈਰ ਉਦੋਂ ਪਤਾ ਚੱਲੇਗਾ। ਸੋ ਹਿਨਾ ਜੀ ਸਰ, ਤੁਹਾਡੇ ਮਨਪਸੰਦ ਕਲਾਕਾਰ ਕੌਣ ਨੇ? ਮੇਰੇ ਮਨਪਸੰਦ ਜਿਹੜੇ ਕਲਾਕਾਰ ਨੇ ਉਹ ਤਾਂ ਰਣਜੀਤ ਬਾਵਾ ਤੇ ਬੱਬੂ ਮਾਨ ਜੀ ਨੇ। ਬੱਬੂ ਮਾਨ ਜੀ ਨੂੰ ਮੈਂ ਕਾਫੀ ਟਾਈਮ ਤੋਂ ਸੁਣ ਰਹੀ ਹਾਂ ਤੇ ਉਹ ਮੇਰੇ ਫੇਵਰਿਟ ਬਣ ਚੁੱਕੇ ਨੇ ਇਸ ਟਾਈਮ, ਮੇਰੇ ਮਨਪਸੰਦ ਕਲਾਕਾਰ ਨੇ ਉਹ। ਅੱਛਾ, ਹਾਂਜੀ। ਪਰ ਇਹ ਫੇਵਰਿਟ ਕਲਾਕਾਰਾਂ ਨੇ, ਮੈਂ ਨਹੀਂ ਸਵਾਲ ਕਰਨਾ ਚਾਹਤਾ, ਮੈਨੂੰ ਇਹ ਦੱਸੋ ਕਿ ਕਿਸਾਨਾਂ ਦੇ ਲਈ ਕੀ ਐਲਾਨ ਕੀਤਾ? ਦੇਖੋ ਜੀ, ਸਭ ਤੋਂ ਪਹਿਲਾਂ ਤਾਂ ਜਦੋਂ ਬਿੱਲ ਪਾਸ ਹੋਏ ਸੀ ਤਾਂ ਉਸ ਸਮੇਂ ਬੱਬੂ ਮਾਨ ਜੀ ਕਲਾਕਾਰ ਸੀ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਪੋਸਟ ਪਾ ਕੇ ਉਹਨਾਂ ਦੇ ਸਮਰਥਨ ਵਿੱਚ ਉਤਰੇ ਸੀ। ਤਾਂ ਉਹਨਾਂ ਨੇ ਜਦੋਂ ਥਾਂ ਤੇ ਧਰਨੇ ਲੱਗ ਰਹੇ ਸੀ ਤਾਂ ਉਹਨਾਂ ਨੇ ਇੱਕ ਪੋਸਟ ਪਾਈ ਤੇ ਉਹਨਾਂ ਨੇ ਉਹਨਾਂ ਦਾ ਜਿਹੜਾ ਹੈ ਉਹ ਸਮਰਥਨ ਕੀਤਾ ਤੇ ਉਹਨਾਂ ਦਾ ਜਿਹੜਾ ਸਾਹਸ ਹੈ ਉਹ ਵੀ ਵਧਾਇਆ, ਉਹਨਾਂ ਨੂੰ ਮੋਟੀਵੇਟ ਕੀਤਾ ਕਿ ਜਿਹੜੀ ਤੁਸੀਂ ਇਕਜੁੱਟ ਹੋ ਕੇ ਜਿਹੜੇ ਧਰਨੇ ਕਰ ਰਹੇ ਹੋ ਤਾਂ ਇਸ ਦੇ ਨਾਲ ਮੇਰੀ ਜਿਹੜੀ ਰੂਹ ਖੁਸ਼ ਹੋਈ ਹੈ। ਤੇ ਉਸ ਤੋਂ ਬਾਅਦ ਮੈਂ ਤੁਹਾਨੂੰ ਜਿਹੜਾ ਤੁਸੀਂ ਕਿਹਾ ਕਿ 25 ਤਰੀਕ ਨੂੰ ਜਿਹੜੇ ਧਰਨੇ ਲੱਗ ਰਹੇ ਨੇ ਹਨਾ, ਚੱਕਾ ਜਾਮ ਜਿਹੜਾ ਜਿਹਨੂੰ ਆਪਾਂ ਕਹਿ ਸਕਦੇ ਹਾਂ, ਤੇ ਉਸ ਵਿੱਚ ਵੀ ਹੁਣ ਹਾਲ ਹੀ ਵਿੱਚ ਬੱਬੂ ਮਾਨ ਜੀ ਨੇ ਜਿਹੜਾ ਆ ਇੱਕ ਪੋਸਟ ਦੇ ਰਾਹੀਂ ਆਪਣਾ ਜਿਹੜਾ ਆ ਉਹ ਐਲਾਨ ਕੀਤਾ ਆ ਕਿ 25 ਤਰੀਕ ਨੂੰ ਜਿਹੜਾ ਆ ਉਹ ਧਰਨੇ ਵਿੱਚ ਸ਼ਾਮਿਲ ਹੋਣਗੇ। ਤਾਂ ਇਸ ਤੋਂ ਸਾਫ਼ ਜ਼ਾਹਿਰ ਹੋ ਰਿਹਾ ਹੈ ਕਿ 25 ਤਰੀਕ ਨੂੰ ਜਿਹੜਾ ਧਰਨਾ ਲੱਗਣ ਵਾਲਾ ਆ ਉਸ ਵਿੱਚ ਬੱਬੂ ਮਾਨ ਜੀ ਤਾਂ ਜ਼ਰੂਰ ਸ਼ਾਮਿਲ ਹੋਣਗੇ ਹੀ ਜੀ। ਤੋ ਤੁਸੀਂ ਜਾ ਰਹੇ ਹੋ ਕਿ ਜਾਂ ਸਿਰਫ ਫਿਰ ਆਪਾਂ ਟੀਵੀ ਤੇ ਜਾਂ ਦਾ ਟੀਵੀ NRI ਦੇ ਉੱਪਰ ਲਾਈਵ ਦੇਖੋਗੇ? ਦੇਖੋ ਜੀ, ਸਭ ਤੋਂ ਪਹਿਲਾਂ ਤਾਂ ਅਸੀਂ ਵੀ ਕਿਸਾਨ ਦੀ ਧੀਆਂ ਨੇ ਹਨਾ, ਤੇ ਜਿਹੜੇ ਉਹ ਕਲਾਕਾਰ ਨੇ ਉਹ ਵੀ ਕਲਾਕਾਰ ਬਾਦਚੇ ਨੇ, ਤਾਂ ਪਹਿਲਾਂ ਉਹ ਕਿਸਾਨ ਦੇ ਪੁੱਤ ਨੇ ਹਨਾ। ਤੇ ਮੈਂ ਵੀ ਇਹੀ ਚਾਹੂੰਗੀ ਕਿ ਮੇਰੀ ਤਰ੍ਹਾਂ ਜਿਹੜਾ ਹੋਰ ਵੀ ਯੂਥ ਆ ਉਹ ਵੀ ਧਰਨੇ ਵਿੱਚ ਜ਼ਰੂਰ ਸ਼ਾਮਿਲ ਹੋਣ, ਕਿਉਂਕਿ ਜੇ ਸਾਡੇ ਕੋਲ ਖਾਣ ਨੂੰ ਰੋਟੀ ਹੀ ਨਹੀਂ ਹੋਊਗੀ ਤਾਂ ਅਸੀਂ ਕਿੱਦਾਂ ਮਤਲਬ ਜਿਹੜਾ ਉਹ ਜੀ ਸਕਦੇ ਆ? ਕਿੱਦਾਂ ਜਦੋਂ ਕੱਲ ਨੂੰ ਜਿਹੜਾ ਆ ਆਪਾਂ ਨੂੰ ਆਟਾ ਹੀ 100 ਕਿਲੋ ਮਿਲੂਗਾ ਜਾਂ ਉਸ ਤੋਂ ਜ਼ਿਆਦਾ ਜਿਹੜੇ ਰੇਟ ਜਿਹੜੇ ਨੇ ਵੱਧ ਜਾਣਗੇ ਤਾਂ ਗਰੀਬ ਇਨਸਾਨ ਕੀ ਕਰੂਗਾ? ਕਿਆ ਖੂਬ ਹੈ, ਕਿਆ ਯੂਥ ਦੇ ਵਿੱਚ ਬੜੀ એનર્ਜੀ ਹੈ। ਅਸੀਂ ਦੇਖ ਰਹੇ ਹਾਂ ਕਿ ਸੋਚ ਵੀ ਉੱਚੀ ਹੈ। ਸੋ ਕਹਿਣ ਦਾ ਮਤਲਬ ਹੈ ਕਿ ਜਿਸ ਚੀਜ਼ ਦੀ ਘਾਟ ਲੱਗ ਰਹੀ ਸੀ ਕਿਸਾਨਾਂ ਨੂੰ, ਲੱਗਦਾ ਉਹ ਘਾਟ ਪੂਰੀ ਬਿਲਕੁਲ ਹੋ ਗਈ ਹੈ। ਸੋ ਮੈਂ ਤੁਹਾਡੇ ਕੋਲ ਰਣਜੀਤ ਬਾਵੇ ਦਾ ਤੁਸੀਂ ਜ਼ਿਕਰ ਕੀਤਾ ਸੀ। ਹਾਂਜੀ। ਤੁਸੀਂ ਬੱਬੂ ਮਾਨ ਦਾ ਜੋ ਲਾਈਨਾਂ ਨੇ ਜਾਂ ਉਹਦੀ ਪੋਸਟ ਆ ਉਹਦਾ ਸ਼ੇਅਰ ਕੀਤੀ। ਹਾਂਜੀ। ਰਣਜੀਤ ਬਾਵੇ ਦੀ ਕੋਈ ਲਾਈਨ ਯਾਦ ਹੋਵੇ, ਅਗਰ ਉਹਦੇ ਗਾਣੇ ਦੀ ਕੋਈ ਲਾਈਨ ਯਾਦ ਹੋਵੇ, ਸੁਣਾ ਸਕਦੇ ਹੋ ਕਿਸਾਨਾਂ ਦੇ ਹੱਕ 'ਚ ਜੋ ਬੋਲਿਆ? ਜੀ, ਉਹਨਾਂ ਨੇ ਨਾ ਹਾਲ ਹੀ ਵਿੱਚ ਇੱਕ ਪੋਸਟ ਸ਼ੇਅਰ ਕੀਤੀ ਤਾਂ ਉਸ ਵਿੱਚ ਉਹਨਾਂ ਨੇ ਸਾਰੀ ਜਿਹੜੀ ਯੂਥ ਨੂੰ ਅਪੀਲ ਕੀਤੀ ਤੇ ਕਿਸਾਨਾਂ ਦੇ ਪੁੱਤ ਨੂੰ ਜਿਹੜੀ ਆ ਉਹ ਅਪੀਲ ਕੀਤੀ ਆ ਕਿ ਜਿਹੜਾ 25 ਤਰੀਕ ਨੂੰ ਚੱਕਾ ਜਾਮ ਜਾਂ ਧਰਨਾ ਹੋਣ ਜਾ ਰਿਹਾ ਹੈ ਉਸ ਵਿੱਚ ਉਹਨਾਂ ਨੂੰ ਅਪੀਲ ਕਰ ਰਹੇ ਨੇ ਕਿ ਉਸ ਵਿੱਚ ਉਹ ਉਹਨਾਂ ਦਾ ਜਿਹੜਾ ਹੈ ਸਾਹਸ ਵਧਾਉਣ ਤੇ ਉਸ ਵਿੱਚ ਜ਼ਰੂਰ ਸ਼ਾਮਿਲ ਹੋਣ, ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਸਾਰੇ ਹੀ ਜਿਹੜੇ ਨੇ ਉਹ ਕਿਸਾਨ ਦੇ ਪੁੱਤ ਪਹਿਲਾਂ ਆ ਤੇ ਕਲਾਕਾਰ ਬਾਅਦ 'ਚ ਆ। ਤੇ ਇਸ ਕਰਕੇ ਉਹ ਸਾਰਿਆਂ ਨੂੰ ਅਪੀਲ ਕੀਤੀ ਆ ਉਹਨਾਂ ਨੇ ਯੂਥ ਨੂੰ ਕਿ ਉਹ ਜਿਹੜੇ ਧਰਨੇ ਵਿੱਚ ਸ਼ਾਮਿਲ ਹੋਣ ਤੇ ਕਿਸਾਨਾਂ ਦੇ ਸਮਰਥਨ ਵਿੱਚ ਉਤਰਨ ਤੇ ਉਹਨਾਂ ਦਾ ਸਾਹਸ ਵਧਾਉਣ ਤਾਂ ਕਿ ਉਹਨਾਂ ਨੂੰ ਆਪਣੇ ਹੱਕ ਜਿਹੜੇ ਨੇ ਉਹ ਮਿਲ ਸਕਣ। ਜੀ ਸਿਮਰਨ ਜੀ ਸਰ, ਕੀ ਤੁਹਾਨੂੰ ਕਿਸੇ ਕਲਾਕਾਰ ਦੇ ਕੋਈ ਗਾਣੇ ਦੀਆਂ ਦੋ ਲਾਈਨਾਂ ਉਹ ਯਾਦ ਨੇ ਜਿਹੜੀਆਂ ਕਿਸਾਨ ਦੇ ਹੱਕ 'ਚ ਹੋਣ? ਸਰ ਹਾਂਜੀ, ਜੇ ਅਗਰ ਕਿਸੇ ਦੀਆਂ ਵੀ ਯਾਦ ਹੋਣ, ਗੁਨਗੁਣਾ ਸਕਦੇ ਹੋ ਤਾਂ ਸੁਣਾ ਦਿਓ। ਮੈਂ ਵੀ ਨਹੀਂ ਯਾਦ ਹੈ ਨਾ। ਹਾਂ, ਕਈ ਵਾਰੀ ਅਕਸਰ ਹੋ ਜਾਂਦਾ ਕਿ ਸਾਨੂੰ ਯਾਦ ਹੁੰਦਾ, ਝੱਕ ਜਾਂਦੇ ਅਸੀਂ ਕਈ ਵਾਰੀ ਮਾਈਕ ਦੇ ਅੱਗੇ ਬੋਲਣਾ, ਕਿਉਂਕਿ ਜਿਹੜੇ ਤੇ ਗਾਇਕ ਹੁੰਦੇ ਨੇ ਉਹ ਖੁੱਲ੍ਹ ਕੇ ਬੋਲ ਦਿੰਦੇ ਨੇ। ਸੋ ਬੇਸ਼ੱਕ ਯਾਦ ਵੀ ਹੋਵੇ, ਸੋ ਕਿਸੇ ਵੇਲੇ ਗਾਉਣਾ ਔਖਾ ਹੋ ਜਾਂਦਾ ਹੈ। ਪੁਸ਼ਪਾ ਜੀ, ਆਪਾਂ ਜਿਵੇਂ ਦੇਖਿਆ ਯੂਥ ਸਾਡੇ ਨਾਲ ਹੈ, ਇਹ 25 ਸਤੰਬਰ ਨੂੰ ਪੰਜਾਬ ਬੰਦ ਦੇ ਵਿੱਚ ਮੋਹਰੀ ਭੂਮਿਕਾ ਨਿਭਾਉਣਗੇ, ਮੋਹਰੀ। ਔਰ ਇਹਨਾਂ ਦਾ ਕਹਿਣਾ ਹੈ ਕਿ ਜਿਹੜਾ ਕਲਾਕਾਰ ਨਾ ਵੜਿਆ ਕਹਿ ਕੇ ਉਹਦਾ ਹਾਲ ਇਹਨਾਂ ਨੇ ਕੀ ਕਰਨਾ ਵੀ ਦੱਸ ਦਿੱਤਾ ਹੈ। ਬਿਲਕੁਲ। ਅੱਛਾ ਪੁਸ਼ਪਾ ਜੀ, ਕੁਝ ਕਲਾਕਾਰ ਕਿਸਾਨਾਂ ਨੂੰ ਅੱਤਵਾਦੀ ਕਹਿ ਰਹੇ ਨੇ। ਜੀ ਬਿਲਕੁਲ ਨਾ, ਬੜਾ ਮਨ ਦੁਖਿਆ ਜੀ, ਬੜਾ ਦਿਲ ਦੁਖਿਆ। ਬਿਲਕੁਲ। ਜਿਹੜਾ ਕਿਸਾਨ ਧਰਤੀ ਦਾ ਸੀਨਾ ਪਾੜ ਕੇ ਰਾਤ ਦਿਨ ਮਿਹਨਤ ਕਰਕੇ ਸੱਪ ਦੀਆਂ ਸਿਰੀਆਂ ਨੂੰ ਮਿੱਧ ਕੇ
ਤੁਹਾਡੇ ਵਾਸਤੇ ਅਨਾਜ ਪੈਦਾ ਕਰਦਾ ਕੀ ਤੁਹਾਨੂੰ ਅੱਤਵਾਦੀ ਲੱਗਦਾ ਹੈ? ਤੁਹਾਨੂੰ ਯਾਦ ਹੈ ਇਹ ਗੱਲ ਕਿਹਨੇ ਕਹੀ ਹੈ ਜਿਹਦੇ ਨਾਲ ਕਿਸਾਨਾਂ ਦਾ ਅਪਮਾਨ ਹੋਇਆ? ਕਿਹਨੇ ਕਹੀ ਇਹ ਗੱਲ? ਜੋ ਇਸ ਟਾਈਮ ਸੋਸ਼ਲ ਮੀਡੀਆ ਤੇ ਬਹੁਤ ਫੇਮਸ ਹੋ ਚੁੱਕੇ ਨੇ, ਹਿਮਾਚਲ ਦੀ ਧੀ ਦਾ ਉਹਨਾਂ ਨੂੰ ਟੈਗ ਮਿਲਿਆ ਅੱਛਾ। ਹੈ। ਮੁੰਬਈ ਦੇ ਵਿੱਚ ਉਹਨਾਂ ਨੇ, ਉਹ ਆਪਣੇ ਆਪ ਨੂੰ ਲక్ష్ਮੀ ਬਾਈ ਵੀ ਕਹਿ ਰਹੇ ਨੇ ਕਿਆ ਕਿ ਮੈਂ ਬਾਤ। ਲక్ష్ਮੀ ਬਾਈ ਹਾਂ, ਮੈਂ ਡਟ ਕੇ ਮੁਕਾਬਲਾ ਕਰਾਂਗੀ ਸ਼ਿਵ ਸੈਨਾ ਨੂੰ, ਉद्धਵ ਠਾਕਰੇ ਨੂੰ, ਸੰਜੇ ਰਾਉਤ ਨੂੰ ਸ਼ਰੇਆਮ ਧਮਕੀਆਂ ਦੇ ਰਹੇ ਨੇ। ਆਪਣੇ ਮੁੰਬਈ ਨੂੰ ਉਹ ਪੀਓਕੇ ਤੱਕ ਕਹਿ ਚੁੱਕੇ ਨੇ। ਕਿਆ ਬਾਤ। ਆਈ ਥਿੰਕ ਤੁਸੀਂ ਸਮਝ ਗਏ ਹੋਵੋਗੇ ਕਿ ਮੈਂ ਗੱਲ ਕਿਹਨਾਂ ਦੀ ਕਰ ਰਹੀ ਹਾਂ, ਹਿਮਾਚਲ ਦੀ ਧੀ ਯਾਨੀ ਕਿ ਕੰਗਨਾ ਰਣੌਤ ਦੀ। ਤੇ ਉਹਨਾਂ ਨੇ ਹੀ ਇਹ ਦਾਅਵਾ ਕੀਤਾ ਸੀਗਾ ਕਿ ਜਿਹੜੇ ਉਹਨਾਂ ਨੇ ਦਰਅਸਲ ਜਿਹੜਾ ਪੀਐਮ ਦਾ ਟਵੀਟ ਸੀ ਉਹਦੇ ਤੇ ਰੀਟਵੀਟ ਕੀਤਾ ਤੇ ਕਿਹਾ ਕਿ ਜਿਹੜੇ ਸੜਕਾਂ ਦੇ ਉੱਤੇ ਉਤਰੇ ਹੋਏ ਨੇ ਉਹ ਅੱਤਵਾਦੀ ਨੇ। ਪਰ ਤੁਸੀਂ ਵੀ ਇੱਕ ਮਹਿਲਾ ਹੋ, ਜੀ ਉਹ ਵੀ ਇੱਕ ਮਹਿਲਾ ਹੈ। ਬਿਲਕੁਲ। ਬੇਸ਼ੱਕ ਉਹ ਹੋਏਗੀ ਕਲਾਕਾਰ, ਅਸੀਂ ਕੀ ਲੈਣਾ ਉਹਦੀ ਕਲਾਕਾਰੀ ਤੋਂ? ਲੋਕ ਪੈਸੇ ਦੇ ਕੇ ਉਹਦੀ ਕਲਾਕਾਰੀ ਵੇਖਦੇ, ਤੂੰ ਕਿਸੇ ਨੂੰ ਫ੍ਰੀ ਨਹੀਂ ਦਿਖਾਉਂਦੀ। ਸੋ ਅਸੀਂ ਕੀ ਲੈਣਾ ਤੇਰੀ ਉਸ ਪਬਲਿਸਿਟੀ ਤੋਂ? ਸਾਨੂੰ ਤੂੰ ਪੈਸੇ ਵੰਡ ਕੇ ਜਾਣੀ ਕਿ ਚਾਹੀਦੇ ਕਿਸੇ ਨੂੰ ਦੇ ਕੇ ਜਾਣੀ ਹੈ? ਤੂੰ ਪੈਸੇ ਕਮਾਏ, ਆਪਣੀ ਕਲਾਕਾਰੀ ਕੀਤੀ, ਪਰ ਕਿਸਾਨਾਂ ਨੂੰ ਤੈਨੂੰ ਕਿਹਨੇ ਹੱਕ ਦਿੱਤਾ ਇਹ ਗੱਲ ਕਹਿਣ ਦਾ ਕਿ ਉਹ ਅੱਤਵਾਦੀ ਨੇ? ਬਿਲਕੁਲ। ਜੇ ਉਹ ਅੱਤਵਾਦੀ ਨੇ ਤਾਂ ਕਸਮ ਖਾ ਕਿ ਇਹਨਾਂ ਅੱਤਵਾਦੀਆਂ ਦੇ ਹੱਥ ਦੀ ਜੋ ਪੈਦਾ ਕੀਤਾ ਅਨਾਜ ਹੈ ਨਾ ਤੂੰ ਖਾਏਂਗੀ ਤੇ ਨਾ ਉਹ ਲੋਕ ਖਾਣਗੇ ਜਿਨ੍ਹਾਂ ਲਈ ਤੂੰ ਇਹ ਟਵੀਟ ਕੀਤਾ ਹੈ। ਜੀ ਖਾਓ ਕਸਮ ਤੇ ਦੱਸੋ ਹਾਂ ਭਲਾ ਇੰਨੀ ਗੱਲ ਕਹਿ ਕੇ। ਤੁਹਾਨੂੰ ਪਤਾ ਲੱਗ ਜਾਏਗਾ ਕਿ ਤੁਹਾਡਾ ਹਾਲ ਕੀ। ਤੁਸੀਂ ਕੱਪੜਿਆਂ ਤੋਂ ਬਿਨਾਂ 4 ਦਿਨ ਰਹਿ ਸਕਦੇ ਹੋ, ਪੱਖੇ ਤੋਂ ਬਿਨਾਂ ਰਹਿ ਸਕਦੇ ਹੋ, ਪਾਣੀ ਤੋਂ ਬਗੈਰ ਵੀ ਥੋੜਾ ਟਾਈਮ ਕੱਢ ਲੋਗੇ, ਅਨਾਜ ਤੋਂ ਬਗੈਰ ਕੱਢ ਕੇ ਵਿਖਾਇਓ ਭਲਾ। ਸੋ ਬੜੀ ਸ਼ਰਮ ਵਾਲੀ ਗੱਲ ਸੀ। ਬਿਲਕੁਲ। ਅੰਨਦਾਤਾ ਨੂੰ ਅੱਤਵਾਦੀ ਨਵਾਂ ਨਾਂ ਦਿੱਤਾ ਹੈ, ਬੜੀ ਸ਼ਰਮ ਵਾਲੀ ਗੱਲ। ਕਿਉਂਕਿ ਮੈਨੂੰ ਲੱਗ ਰਿਹਾ ਜਿੱਥੇ ਸਿਆਸੀ ਪਾਰਟੀਆਂ ਤੇ ਕਰ ਹੀ ਰਹੀਆਂ ਨੇ ਆਪਣੀ ਸਿਆਸਤ, ਉਹਨਾਂ ਨੂੰ ਸ਼ਾਇਦ ਕੁਰਸੀ ਦਾ ਲਾਲਚ ਹੈ, 2022 ਦੀਆਂ ਚੋਣਾਂ ਆਣੀਆਂ ਉਸ ਚੀਜ਼ ਦਾ ਲਾਲਚ ਹੈ ਕਿ ਜਿਹੜਾ ਅਕਾਲੀ ਦਲ ਸੀ ਪਹਿਲੇ ਹਿਮਾਇਤੀ ਬਣਿਆ ਹੋਇਆ ਸੀ ਇਸ ਬਿੱਲ ਦਾ, ਉਹ ਵੀ ਹੁਣ ਯਕਦਮ ਵਿਰੋਧ ਚ ਆ ਗਿਆ, ਬੀਬਾ ਬਾਦਲ ਨੂੰ ਅਸਤੀਫਾ ਤੱਕ ਦੇਣਾ ਪਿਆ। ਤੇ ਕੁਝ ਪਾਰਟੀਆਂ ਜਿੱਦਾਂ ਮੈਮ ਕੀ ਹਿਮਾਇਤ ਕਰ ਰਹੀਆਂ ਨੇ, ਹਾਂਜੀ। ਕੁਝ ਅਗੇਂਸਟ ਖੜੀਆਂ ਨੇ, ਕਲਾਕਾਰ ਵੀ ਸੇਮ ਇਦਾਂ ਹੀ ਕਰ ਰਹੇ ਹਾਂਜੀ, ਨੇ, ਹਾਂਜੀ। ਕੁਝ ਸਮਰਥਨ ਕਰ ਰਹੇ ਨੇ ਤੇ ਕੁਝ ਅਗੇਂਸਟ ਖੜੇ ਨੇ। ਲਾਈਕ ਐਗਜ਼ਾਮਪਲ ਅਸੀਂ ਲੈ ਲਈਏ ਕੰਗਨਾ ਰਣੌਤ ਤੇ ਉਹਨਾਂ ਨੇ ਤਾਂ ਅੱਤਵਾਦੀ ਤਾਂ ਕਹਿ ਦਿੱਤਾ ਕਿਸਾਨਾਂ ਨੂੰ। ਹਾਂਜੀ। ਕੀ ਤੁਹਾਡਾ ਕੀ ਰਿਐਕਟ ਹੈ ਇਸ ਚੀਜ਼ ਤੇ? ਦੇਖੋ ਜੀ, ਜਿੱਦਾਂ ਤੁਸੀਂ ਕਿਹਾ ਕਿ ਕੰਗਨਾ ਰਣੌਤ ਨੇ ਅੱਤਵਾਦੀ ਜਿਹੜਾ ਵਰਡ ਯੂਜ਼ ਕੀਤਾ, ਹਾਂਜੀ ਮੈਂ ਮੰਨਦੀ ਹਾਂ ਕਿ ਉਹ ਬਹੁਤ ਜ਼ਿਆਦਾ ਗਲਤ ਵਰਡ ਉਹਨਾਂ ਨੇ ਜਿਹੜਾ ਯੂਜ਼ ਕਰ ਲਿਆ ਆ। ਤੇ ਜੇ ਕਰੀਏ ਆਪਾਂ ਪੰਜਾਬੀ ਕਲਾਕਾਰਾਂ ਦੀ ਆਪਾਂ ਗੱਲ ਕਰ ਰਹੇ ਸੀ, ਉਹ ਵੀ ਸਾਡਾ ਯੂਥ ਹੀ ਹੈ ਨਾ, ਤੇ ਉਹ ਵੀ ਕਿਸਾਨ ਦੇ ਪੁੱਤ ਨੇ, ਤਾਂ ਉਹਨਾਂ ਨੇ ਇਹਦਾ ਠੁਕਵਾ ਜਵਾਬ ਦੇ ਦਿੱਤਾ ਹੋਇਆ ਕੰਗਨਾ ਰਣੌਤ ਨੂੰ। ਉਹਨਾਂ ਨੇ ਤਾਂ ਠੁਕਵਾ ਜਵਾਬ ਦਿੰਦੇ ਹੋਏ ਟਵੀਟ ਕੀਤਾ ਸੀ ਕਿ ਮੈਡਮ ਜੀ ਤੁਸੀਂ ਕਿਹਨਾਂ ਨੂੰ ਅੱਤਵਾਦੀ ਕਹਿ ਰਹੇ ਹੋ, ਇਹ ਕਲੀਅਰ ਤਾਂ ਕਰੋ ਤੁਸੀਂ ਪਹਿਲਾਂ। ਤੁਸੀਂ ਅੱਤਵਾਦੀ ਜਿਹੜਾ ਵਰਡ ਯੂਜ਼ ਕੀਤਾ ਤੁਸੀਂ ਕਹਿ ਕਿਹਨੂੰ ਰਹੇ ਹੋ, ਪੂਰੀ ਤਰ੍ਹਾਂ ਕਲੀਅਰ ਕਰੋ ਪਹਿਲਾਂ ਤਾਂ। ਹਾਂਜੀ, ਇਹ ਰਣਜੀਤ ਬਾਵਾ ਜੀ ਨੇ ਉਹਨਾਂ ਨੂੰ ਰੀਟਵੀਟ ਕਰਕੇ, ਉਹਨਾਂ ਦੇ ਟਵੀਟ ਦਾ ਰਿਪਲਾਈ ਕਰਕੇ ਉਹਨਾਂ ਨੂੰ ਠੁਕਵਾ ਜਵਾਬ ਦਿੱਤਾ ਤੇ ਉਹਨਾਂ ਨੇ ਕਿਹਾ ਕਿ ਤੁਸੀਂ ਅੱਤਵਾਦੀ ਉਹਨਾਂ ਨੂੰ ਕਹਿ ਰਹੇ ਹੋ ਜਿਹੜੇ ਆਪਣੇ ਹੱਕ ਮੰਗਦੇ ਰੋਡ ਤੇ ਸੜਕਾਂ ਤੇ ਆ ਗਏ ਨੇ। ਕਿਸਾਨ ਦੇ ਪੁੱਤਰ ਨੇ ਜਦੋਂ ਉਹਨੇ ਕੋਈ ਗੱਲ ਬਰਦਾਸ਼ਤ ਨਹੀਂ ਹੋਈ ਰਣਜੀਤ ਬਾਵਾ ਦੇ ਕੋਲੋਂ, ਔਰ ਆਪਣੇ ਵੱਡਿਆਂ ਬਜ਼ੁਰਗਾਂ ਦਾ ਅੰਨਦਾਤਾ ਦਾ ਅਪਮਾਨ ਬਰਦਾਸ਼ਤ ਨਹੀਂ ਹੋਇਆ, ਉਹਨੇ ਮੋੜਵਾਂ ਜਵਾਬ ਦਿੱਤਾ ਸੀ। ਔਰ ਉਹਦੇ ਬਾਅਦ ਕੰਗਨਾ ਰਣੌਤ ਚੁੱਪ ਹੋ ਗਈ, ਸੁੰਨ ਹੋ ਗਈ, ਬਲੌਕ ਤਾਂ ਕਰ ਦਿੱਤਾ ਗਿਆ ਸੀ। ਬਿਲਕੁਲ ਕਰਨਾ ਹੀ ਪੈਣਾ ਸੀ। ਪੰਜਾਬੀਆਂ ਨਾਲ ਪੰਗੇ ਇੱਕਦਮ ਹੋ ਸਕਦਾ। ਜੀ ਜੀ। ਅੱਛਾ, ਮੈਂ ਤੁਹਾਡੇ ਕੋਲੋਂ ਸਿਮਰਨ ਇਹ ਪੁੱਛਣਾ ਕਿ ਸਰ ਇੱਕ 2.5 ਕਿਲੋ ਦਾ ਹੱਥ ਵੀ ਪੰਜਾਬ 'ਚ ਤੁਰਿਆ ਫਿਰਦਾ ਹੈ ਨਾ। ਪਿੱਛੇ ਜੇ ਇਲੈਕਸ਼ਨਾਂ ਸੀ ਉਹਦਾ ਹੱਥ ਹੀ ਬੜਾ ਭਾਰਾ ਸੀ, ਉਹ ਪਤਾ ਨਹੀਂ ਇਲਾਜ ਕਰਾਉਣ ਗਿਆ ਕਿਤੇ ਵਾਪਸ ਹੀ ਨਹੀਂ ਆਇਆ। ਕਿ ਕਿਹਦਾ ਜ਼ਿਕਰ ਕਰ ਰਹੀ? 2.5 ਕਿਲੋ ਕੌਣ ਹੈ? ਸਰ ਸੰਨੀ ਦਿਓਲ। ਅੱਛਾ ਉਹਦਾ ਜ਼ਿਕਰ ਹੋ ਰਿਹਾ ਸੀ। ਹਾਂਜੀ ਸਰ। ਕੀ ਗੱਲ ਹੋਈ? ਜਿਹੜਾ ਮਤਲਬ ਸੰਸਦ ਦੇ ਵਿੱਚ ਖੇਤੀਬਾੜੀ ਆਰਡੀਨੈਂਸ ਬਿੱਲ ਪਾਸ ਹੋਇਆ ਨਾ, ਤੇ ਉਹਦੇ ਸੰਨੀ ਦਿਓਲ ਮਤਲਬ ਸਮਰਥਨ ਕਰ ਰਹੇ ਨੇ ਉਸ ਬਿੱਲ ਦਾ, ਕਹਿ ਰਹੇ ਨੇ ਕਿ ਬਿਲਕੁਲ ਉਹ ਕਿਸਾਨਾਂ ਦੇ ਹੱਕ ਦੇ ਵਿੱਚ ਹੀ ਨੇ। ਬਟ ਜਿਹੜੇ ਲੋਕ ਨੇ ਇਸ ਬਿੱਲ ਦਾ ਮਤਲਬ ਵਿਰੋਧ ਕਰ ਰਹੇ ਨੇ, ਤੇ ਉਹਨਾਂ ਦਾ ਕਹਿਣਾ ਹੈ ਕਿ ਸੰਨੀ ਦਿਓਲ ਨੂੰ ਅਸੀਂ ਹੀ ਵੋਟਾਂ ਪਾ ਕੇ ਜਿਤਾਇਆ ਵਾ, ਤੇ ਇਹ ਮਤਲਬ ਸਾਡੇ ਹੀ ਦੇਸ਼ ਦੇ ਕਿਸਾਨ ਨੂੰ, ਅੰਨਦਾਤਾ ਨੂੰ, ਮਤਲਬ ਜੋ ਉਹਨਾਂ ਵਾਸਤੇ ਗਲਤ ਹੈ ਉਹਨੂੰ ਸਹੀ ਠਹਿਰਾ ਰਹੇ ਨੇ। ਅੱਛਾ। ਤੇ ਮਤਲਬ ਉਹਨਾਂ ਨੂੰ ਗੁਰਦਾਸਪੁਰ ਦੇ ਵਿੱਚ ਮਤਲਬ ਉਹਨਾਂ ਦੀ ਐਂਟਰੀ ਵੀ ਬੈਨ ਕਰ ਦਿੱਤੀ। ਤੇ ਉਹਨਾਂ ਉੱਥੇ ਦੇ ਲੋਕਾਂ ਦਾ ਇਹ ਕਹਿਣਾ ਕਿ ਜਿਹੜਾ ਸੰਨੀ ਦਿਓਲ ਦਾ 2.5 ਕਿਲੋ ਦਾ ਹੱਥ ਵਾ ਉਹ ਕਿਸਾਨਾਂ ਦੇ ਹਿੱਕ ਤੇ ਹੀ ਵੱਜਣ ਡਿਆ ਵਾ। ਓਹੋ ਬਾਈ, 2.5 ਕਿਲੋ ਦਾ ਹੱਥ ਤੈਨੂੰ ਕਿੰਨੇ ਕਿਹਾ ਸੀ ਸੰਨੀ ਭਾ? ਕਿਸਾਨਾਂ ਦੇ ਉੱਤੇ ਹੀ ਚਲਾ। ਬੜੀ ਮਾੜੀ ਗੱਲ ਹੈ ਵੈਸੇ ਤੁਹਾਡੇ ਵਾਸਤੇ, ਬੜਾ ਵੈਸੇ ਕਿਸਾਨ ਜਿਹੜੇ ਗੁਰਦਾਸਪੁਰੀ ਹੈ ਨਾ ਪੁਸ਼ਪਾ ਜੀ, ਵੈਸੇ ਹੈ ਤਾਂ ਬੜੇ ਦਿਲਦਾਰ ਬੰਦੇ ਆ ਜੀ, ਲੜਾਕੇ ਵੀ ਬੜੇ ਨੰਬਰ 1 ਦੇ ਆ। ਤਾਂ ਹੁਣ ਉਹਨਾਂ ਨੇ ਨਾ ਇੱਕ ਗੱਲ ਧਾਰ ਲਈ ਹੈ ਮਨ ਦੇ ਵਿੱਚ ਵੀ ਸੰਨੀ ਇੱਕ ਵਾਰੀ ਆ ਤੇ ਸਹੀ, ਤੈਨੂੰ ਪਤਾ ਲੱਗੇ ਤੇਰਾ ਵਾਹ ਗੁਰਦਾਸਪੁਰੀਆਂ ਨਾਲ ਪੈ ਗਿਆ। ਸਵਾਲ ਤਾਂ ਸਰ ਇੱਕ ਇਹ ਵੀ ਹੈ ਕਿ ਕਹਿੰਦੇ ਨਾ ਇੱਕ ਫਿਲਮ ਸੀ ਉਹਨਾਂ ਦੀ ਘਾਤਕ, ਕਾਤੀਆ ਦੇ ਸਾਹਮਣੇ ਘਾਇਲ ਸੀ, ਕਾਤੀਆ ਦੇ ਸਾਹਮਣੇ ਤੇ ਉਹ ਝੁਕੇ ਨਹੀਂ, ਤੇ ਫਿਰ ਮੋਦੀ ਸਾਹਿਬ ਦੇ ਸਾਹਮਣੇ ਉਹ ਕਿੱਦਾਂ ਝੁਕ ਗਏ ਨੇ? ਮਜਬੂਰੀ। ਅਸੀਂ ਦੇਖੋ ਜਿਹੜੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ, ਉਹ ਬੀਜੇਪੀ ਦੇ ਇੱਕ ਜਿਹੜੀ ਪਾਵਰ ਹੈ ਨਾ, ਜਿਹੜੀ ਉਹ ਕਮਾਂਡ ਉਹਨਾਂ ਦੇ ਹੱਥ 'ਤੇ, ਬਿਲਕੁਲ। ਯਾਨੀ ਕਿ
ਉਹ ਆਲਾ ਕਮਾਨ ਹੈ, ਉਹੀ ਹਾਈ ਕਮਾਨ ਹੈ। ਬਿਲਕੁਲ ਬਿਲਕੁਲ। ਸੋ ਨਰਿੰਦਰ ਮੋਦੀ ਦਾ ਇਸ਼ਾਰਾ ਹੀ ਕਾਫੀ ਹੈ ਕਿਸੇ ਨੂੰ ਕਹਿਣ ਵਾਸਤੇ ਕਿ ਤੁਸੀਂ ਆਹ ਕੰਮ ਕਰਨਾ ਹੈ। ਹਾਂਜੀ ਤੇ ਬਾਕੀ ਮੈਨੂੰ ਇੱਕ ਗੱਲ ਦੱਸੋ ਕਿ ਇਹ ਜਿਹੜੇ ਬੀਜੇਪੀ ਤੋਂ ਸਨੀ ਦਿਓਲ ਹੈ ਜੋ ਟਿਕਟ ਲੈ ਕੇ ਆਇਆ ਸੀਗਾ, ਇਹਨੇ ਕਿਸੇ ਕੋਲ ਟਿਕਟ ਮੰਗੀ ਥੋੜੀ ਸੀ, ਅਗਲਾ ਨੇ ਟਿਕਟ ਦਿੱਤੀ ਸੀ ਬਿਲਕੁਲ। ਔਰ ਉਹਦੇ ਬਦਲੇ ਉਹਨਾਂ ਨੇ ਮਿਹਨਤ ਵੀ ਕੀਤੀ ਔਰ ਉਹਦੇ ਬਦਲੇ ਉਹਨਾਂ ਨੇ ਉਹਨੂੰ ਸੀਟ ਜਿਤਾਈ ਔਰ ਇਹਨੂੰ ਇੱਕੋ ਗੱਲ ਹੀ ਕਹੀ ਗਈ ਸੀ ਕਿ ਸੀਟ ਜਿੱਤਣੀ ਤੇਰਾ ਕੰਮ ਹੈ, 5 ਸਾਲ ਮੌਜਾਂ ਕਰ, ਆਵੀਂ ਭਾਵੇਂ ਨਾ ਆਵੀਂ ਗੁਰਦਾਸਪੁਰ, ਸਿਰਫ ਤੇਰਾ ਕੰਮ ਹੈ ਸਾਡੀ ਸਰਕਾਰ ਬਣਾਉਣ ਦੇ ਵਿੱਚ ਸਹਿਯੋਗ ਕਰਨਾ। ਸੋ ਜਦੋਂ ਆਇਆ ਉਦੋਂ ਨਾ ਮੈਂ ਤੁਹਾਨੂੰ ਦੱਸਣਾ, ਕਿਉਂਕਿ ਮੈਂ ਗੁਰਦਾਸਪੁਰ ਸਨੀ ਦਿਓਲ ਨੂੰ ਕਾਫੀ ਕਵਰੇਜ ਕੀਤਾ, ਤੋ ਕਿਸਾਨਾਂ ਨੂੰ ਕਾਫੀ ਇਹਨਾਂ ਦੀਆਂ ਫੋਟੋਆਂ ਵਾਇਰਲ ਹੁੰਦੀਆਂ ਧਰਮਿੰਦਰ ਜੀ ਦੀਆਂ, ਇਹਨਾਂ ਦੇ ਪਿਤਾ ਜੀ ਦੀਆਂ ਨਾਲ, ਔਰ ਇਹ ਕਹਿੰਦਾ ਸੀ ਮੈਂ ਕਿਸਾਨ ਦਾ ਪੁੱਤ ਹਾਂ। ਸੋ ਜਦੋਂ ਪਿੰਡਾਂ 'ਚ ਜਾਂਦਾ ਸੀ ਇਹ ਕਿਸਾਨ ਦਾ ਪੁੱਤ ਬਣ ਜਾਂਦਾ ਸੀ, ਹਾਂਜੀ ਤੇ ਫਿਰ ਜਦੋਂ ਸ਼ਹਿਰ ਆਉਂਦਾ ਸੀ ਨਾ ਉਦੋਂ ਫਿਰ ਘਾਤਕ ਬਣ ਜਾਂਦਾ ਸੀ। ਉਦੋਂ ਫਿਰ ਜੋ 2.5 ਕਿਲੋ ਦਾ ਹੱਥ ਹੈ ਨਾ, ਇਹ ਡਾਇਲੌਗ ਸੁਣਾ ਕੇ ਨਾ ਇਹਨੇ ਲੋਕਾਂ ਨੂੰ ਮੰਤਰ ਮੁਗਧ ਕਰ ਲਿਆ ਤੇ ਲੋਕਾਂ ਨੇ ਵੋਟਾਂ ਪਾ ਦਿੱਤੀਆਂ। ਪਰ ਇੱਥੇ ਇੱਕ ਗੱਲ ਜ਼ਰੂਰ ਕਹਿਣੀ ਬਣ ਰਹੀ ਹੈ ਕਿ ਸਨੀ ਦਿਓਲ ਜਿਹੜਾ ਘਾਤਕ 'ਚ ਇੱਕ ਕਿਰਦਾਰ ਕਾਤੀਆ ਕਰਕੇ ਸੀਗਾ, ਹੈ ਨਾ, ਤਾਂ ਗੁਰਦਾਸਪੁਰੀਏ ਬੜੇ ਖੁਸ਼ ਹੋਏ ਵੀ ਸਨੀ ਆ ਗਿਆ। ਕਿਹੜਾ ਸਨੀ? ਇਹ ਉਹ ਸਨੀ ਹੈ ਜਿਹਨੇ ਕਾਤੀਆ ਨੂੰ ਬਹੁਤ ਵਕਤ ਪਾਇਆ ਸੀ ਤੇ 2.5 ਕਿਲੋ ਦੇ ਹੱਥ ਨਾਲ ਨਾ ਉਹਦਾ ਆਸਾ ਪਾਸਾ ਛਿੱਲਤਾ ਹੀ। ਕਹਿੰਦੇ ਸੀ ਇਹ ਸਾਹਿਬ ਸਾਡੇ ਅੱਗੇ ਲੜਾਕੇ ਬੜੇ ਗੁਰਦਾਸਪੁਰੀਏ ਬੜੇ ਖੁਸ਼ ਹੁੰਦੇ ਸੀ ਵੀ ਸਨੀ 2.5 ਕਿਲੋ ਦਾ ਹੱਥ ਕਾਤੀਆ ਕਰਦੇ ਤੁਰੇ ਫਿਰਦੇ ਸੀ। ਪਰ ਇਹ ਆ ਕਿ ਕਾਤੀਆ ਤੋਂ ਉੱਪਰ ਤਾਕਤਾਂ ਹੈਗੀਆਂ ਨੇ। ਆਖਿਰ ਉਹ ਕਿਹੜੀ ਤਾਕਤ ਸੀ ਜਿਹਦੇ ਕਰਕੇ ਸਨੀ ਦਿਓਲ ਨੇ ਉਹ 2.5 ਕਿਲੋ ਦਾ ਹੱਥ ਗੁਰਦਾਸਪੁਰੀਆਂ ਦੇ ਕਿਸਾਨਾਂ ਦੇ ਨਹੀਂ, ਪੰਜਾਬ ਦੇ ਕਿਸਾਨਾਂ ਦੀ ਪਿੱਠ 'ਚ ਮਾਰਿਆ ਕਿ ਹਿੱਕ 'ਚ ਮਾਰਿਆ? ਇਹ ਤਾਂ ਸਨੀ ਦਿਓਲ ਆਏਗਾ ਤੇ ਉਹਦੇ ਕੋਲੋਂ ਪਤਾ ਚੱਲੇਗਾ। ਸੋ ਪੁਸ਼ਪਾ ਜੀ, ਆਖਿਰ ਦੇ ਵਿੱਚ ਅਸੀਂ ਕਲਾਕਾਰਾਂ ਨੂੰ ਦੇਖਿਆ ਜੀ, ਸਨੀ ਦਿਓਲ ਬੀਜੇਪੀ ਵੱਲੋਂ ਜੀ, ਇਹਦਾ ਵੀ ਕਿਸਾਨਾਂ ਦੇ ਹਾਂ ਪੱਖੀ ਕੋਈ ਵੀ ਹੁੰਗਾਰਾ ਨਹੀਂ ਆਇਆ ਜੀ। ਸੋ ਅਸੀਂ ਆਖਰੀ ਦੇ ਵਿੱਚ ਅਸੀਂ ਜਿਹੜੇ ਯੂਥ ਹੈ ਨਾ ਸਾਡੇ ਨਾਲ ਜੁੜਿਆ। ਸੋ 25 ਤਰੀਕ ਨੂੰ ਇਹਨਾਂ ਦੀ ਕੀ ਤਿਆਰੀ ਹੈ, ਕੈਸੀ ਤਿਆਰੀ ਹੈ, ਕਿੰਨੇ ਆਪਣੇ ਨਾਲ ਸਾਥੀ ਲੈ ਕੇ ਜਾਣਗੇ ਔਰ ਕਿਸ ਪਾਸੇ ਜਾ ਸਕਦੇ ਨੇ, ਜਾਂ ਕਿੰਨੇ ਇਹ ਨਹੀਂ ਪੁੱਛਾਂਗੇ ਕਿਸ ਪਾਸੇ ਜਾਣਗੇ, ਇਹ ਪੁੱਛ ਲੈਣੇ ਕਿੰਨੇ ਸਾਥੀਆਂ ਦਾ ਜਥਾ ਜਾਏਗਾ ਤੇ ਕਿਹੜੇ ਕਲਾਕਾਰ ਕੋਲ ਜਾਣਗੇ, ਕਿ ਜਾਂ ਇੰਤਜ਼ਾਰ ਕਰਨਗੇ ਵੀ ਕਲਾਕਾਰ ਕਵੇ ਕਿ ਤੁਸੀਂ ਕਿਸਾਨਾਂ ਲਈ ਆ ਜਾਓ ਤੇ ਜਿਹੜਾ ਵੀ ਮੋਰਚਾ ਇਹਨਾਂ ਦੇ ਨਜ਼ਦੀਕ ਲੱਗਾ ਹੋਏਗਾ ਇਹ ਉੱਥੇ ਪਹੁੰਚਣਗੇ। ਜੀ ਹੈ ਨਾ। ਮੈਂ ਤੁਹਾਡੇ ਤੋਂ ਪੁੱਛਾਂਗਾ ਕਿ ਤੁਹਾਡਾ ਕੋਈ ਚਹੇਤਾ ਕਲਾਕਾਰ ਤੁਹਾਨੂੰ ਕਵੇ ਕਿ 25 ਤਰੀਕ ਨੂੰ ਆਓ, ਹਾਂਜੀ, ਤੁਸੀਂ ਕਿੱਦਾਂ ਜਾਓਗੇ, ਕਿੰਨੇ ਜਣੇ ਜਾਓਗੇ? ਤੇ ਜੇ ਮੰਨ ਲਓ ਕਿ ਉਹ ਚੰਡੀਗੜ੍ਹ ਕਹਿੰਦੇ ਉੱਥੇ ਤਾਂ ਤੁਸੀਂ ਜਾ ਨਹੀਂ ਸਕਦੇ, ਪਟਿਆਲੇ ਕਹਿੰਦੇ ਉੱਥੇ ਤੁਸੀਂ ਜਾ ਨਹੀਂ ਸਕਦੇ, ਅਗਰ ਤੁਹਾਡੇ ਆਸ-ਪਾਸ ਕਿਤੇ ਵੀ ਮੋਰਚਾ ਲੱਗਾ ਉਹ ਕਹਿੰਦੇ ਸੜਕਾਂ ਤੇ ਜਾਓ, ਤਾਂ ਕਿੱਦਾਂ ਜਾਓਗੇ, ਕਿਵੇਂ ਜਾਓਗੇ? ਦੇਖੋ ਜੀ, ਰਣਜੀਤ ਬਾਵਾ ਨੇ ਤਾਂ ਸਾਰਿਆਂ ਨੂੰ ਹੀ ਖੁੱਲਾ ਸਿੱਧਾ ਦਿੱਤਾ ਹੈ, ਜਿਹੜਾ ਕਿ ਪੂਰੇ ਯੂਥ ਨੂੰ, ਕਿ ਜਿੱਥੇ ਵੀ ਤੁਸੀਂ ਹੋ ਉੱਥੇ ਜਿੱਥੇ ਵੀ ਧਰਨੇ ਲੱਗਦੇ ਆ ਕਿਸਾਨਾਂ ਦੇ ਸਮਰਥਨ 'ਚ, ਉੱਥੇ ਤੁਸੀਂ ਜ਼ਰੂਰ ਸ਼ਾਮਿਲ ਹੋਵੋ। ਤੇ ਮੈਂ ਵੀ ਮਤਲਬ ਜਿਹੜੀਆਂ ਕਿਸਾਨ ਦੀ ਧੀਆਂ ਤੇ ਮੈਂ ਸਾਰੀ ਆਪਣੀ ਜਿਹੜੀ ਮੇਰੀ ਭੈਣਾਂ ਨੇ ਉਹਨਾਂ ਨੂੰ ਸਾਰਿਆਂ ਨੂੰ ਖੁੱਲਾ ਸਿੱਧਾ ਦਿੰਦੀ ਆ ਕਿ ਤੁਸੀਂ ਜਿੱਥੇ ਵੀ ਹੋ ਉੱਥੇ ਤੁਹਾਡੇ ਕੋਲ ਜਿੱਥੇ ਵੀ ਧਰਨਾ ਲੱਗਦਾ ਹੈ ਉਹਦੇ ਵਿੱਚ ਜ਼ਰੂਰ ਸ਼ਾਮਿਲ ਹੋਵੋ। ਤੇ ਮੈਂ ਆਪਣੇ ਪੂਰੇ ਪਰਿਵਾਰ ਨੂੰ ਤਾਂ ਨਹੀਂ, ਬਟ ਆਪਣੀ ਜਿਹੜੀ ਵੀ ਮੇਰੀ ਭੈਣਾਂ ਜਾਂ ਮੇਰੀ ਸਹੇਲੀਆਂ ਨੇ ਉਹਨਾਂ ਨੂੰ ਨਾਲ ਲੈ ਕੇ ਧਰਨੇ ਵਿੱਚ ਜ਼ਰੂਰ ਜਾਵਾਂਗੇ। ਜੀ ਹੈ ਨਾ। ਤੁਹਾਡੇ ਜਿਹੜੇ ਚਹੇਤੇ ਕਲਾਕਾਰ ਨੇ ਉਹ ਤੁਹਾਨੂੰ ਅਪੀਲ ਕਰਨ ਤੇ ਤੁਹਾਡਾ 25 ਤਰੀਕ ਦਾ 25 ਸਤੰਬਰ ਦਾ ਪੰਜਾਬ ਬੰਦ ਦੇ ਵਿੱਚ ਕੈਸਾ ਸਹਿਯੋਗ ਹੋਏਗਾ? ਸਰ ਅਗਰ ਜੇਕਰ ਕੋਈ ਮੇਰਾ ਫੇਵਰੇਟ ਸਿੰਗਰ ਆਂਦਾ ਜਾਂ ਮੇਰੇ ਘਰ ਦੇ ਕੋਲ ਜਾਂ ਜਿੱਥੇ ਮੈਂ ਜਾ ਸਕਾਂ ਪੋਸੀਬਲ ਹੋ ਸਕਾਂ ਕਿ ਆਸਾਨੀ ਨਾਲ ਮੈਂ ਪਹੁੰਚ ਜਾਵਾਂਗੀ ਉਸ ਧਰਨੇ ਦੇ ਵਿੱਚ, ਤਾਂ ਸਰ ਮੈਂ ਜ਼ਰੂਰ ਸ਼ਾਮਲ ਹੋਵਾਂਗੀ। ਅਗਰ ਸਿੰਗਰ ਨਾ ਕਵੇ, ਤੁਹਾਨੂੰ ਦੋਨਾਂ ਨੂੰ ਸਵਾਲ ਹੈ ਮੇਰਾ, ਅਗਰ ਸਿੰਗਰ ਨਾ ਕਵੇ, ਅਗਰ ਕਿਸਾਨ ਤੁਹਾਨੂੰ ਆਵਾਜ਼ ਮਾਰੇ ਕਿ ਮੇਰੀ ਧੀਓ ਆਓ, ਮੈਨੂੰ ਤੁਹਾਡੀ ਲੋੜ ਹੈ, ਤੁਹਾਡੇ ਸਾਥ ਦੀ ਲੋੜ ਹੈ, ਮੇਰੇ ਪੁੱਤਰੋ ਆਓ, ਤੁਹਾਡੇ ਸਾਥ ਦੀ ਮੈਨੂੰ ਲੋੜ ਹੈ, ਕਿ ਆਪਾਂ ਸਿੰਗਰਾਂ ਦੇ ਕਹਿਣ ਤੇ ਜਾਵਾਂਗੇ ਕਿ ਆਪਣੇ ਵੱਡੇ ਬਜ਼ੁਰਗਾਂ ਦੀ ਆਵਾਜ਼ ਤੇ ਜਾਵਾਂਗੇ? ਅਸੀਂ ਕਿਸਾਨਾਂ ਦੇ ਉਹਨਾਂ ਦੀ ਧੀਆਂ ਤਾਂ ਆਫ ਕੋਰਸ ਉਹਨਾਂ ਦੇ ਕਹਿਣ ਤੇ ਹੀ ਜਾਵਾਂਗੇ ਨਾ। ਜੀ ਹਾਂਜੀ ਸਰ, ਇੱਕ ਕਿਸਾਨ ਸਾਡਾ ਅੰਨਦਾਤਾ, ਜੇ ਤੋਂ ਅਸੀਂ ਰੋਟੀ ਖਾਣੇ, ਜੇ ਕਿਸਾਨ ਹੀ ਨਹੀਂ ਹੋਊਗਾ ਤੇ ਅਸੀਂ ਰੋਟੀ ਕਿੱਦਾਂ ਖਾਵਾਂਗੇ? ਅਸੀਂ ਆਪਣਾ ਅਨਾਜ ਸਾਨੂੰ ਕਿੱਦਾਂ ਮਿਲੇਗਾ? ਤਾਂ ਜ਼ਰੂਰ ਜੇਕਰ ਸਾਨੂੰ ਇੱਕ ਕਿਸਾਨ ਕਵੇਗਾ ਤੇ ਅਸੀਂ ਜ਼ਰੂਰ ਜਾਵਾਂਗੇ ਸਰ। ਮਤਲਬ ਕਿਸਾਨ ਵਾਈਂਡ ਅਪ ਦਾ ਸਮਾਂ ਸਾਡੇ ਕੋਲ ਜਾ ਰਿਹਾ ਜੀ। ਉਹ ਪ੍ਰਿਆ ਜੀ, ਮੈਂ ਚਾਹਾਂ ਆਪਣੇ ਤੁਹਾਡੇ ਕੋਲ ਪੁਸ਼ਪਾ ਜੀ ਆਖਰੀ ਦੇ ਵਿੱਚ ਤੁਸੀਂ ਕੋਈ ਕਮੈਂਟ ਕਰਨਾ ਚਾਹੋ ਤੇ ਇੱਥੇ ਕਰ ਸਕਦੇ। ਬਿਲਕੁਲ, ਕਿਉਂਕਿ ਇਹਨਾਂ ਨੇ ਸਾਬਤ ਕਰ ਦਿੱਤਾ ਆ ਕਿ ਕਿਸਾਨ ਕਹਿਣਗੇ ਤੇ ਜਾਣਗੇ, ਸਿੰਗਰ ਇੰਨੇ ਮਾਇਨੇ ਨਹੀਂ ਰੱਖਦੇ ਕਿ ਉਹ ਸਿੰਗਰਾਂ ਦੇ ਸੱਦੇ ਤੇ ਜਾਣ। ਕਿਸਾਨ ਬੁਲਾਏਗਾ, ਦੇਸ਼ ਦਾ ਅੰਨਦਾਤਾ ਬੁਲਾਏਗਾ ਤੇ ਉਹ ਸੜਕਾਂ ਤੇ ਸਾਡਾ ਜੋ ਯੂਥ ਹੈ ਉਹ ਜ਼ਰੂਰ ਜਾਵੇਗਾ। ਜੀ ਬਿਲਕੁਲ, ਦਾ ਟੀਵੀ NRI ਇਸ ਕਰਕੇ ਤੁਹਾਡੇ ਰੂਬਰੂ ਪੰਜਾਬ ਦੇ ਯੂਥ ਨੂੰ ਕਰ ਰਿਹਾ ਕਿਉਂਕਿ ਸਾਡੇ ਜੋ ਮਹਿਲਾਵਾਂ ਨੇ ਬਰਾਬਰ ਦੀਆਂ ਸਹਿਯੋਗੀ ਨੇ, ਅਸੀਂ ਇਹਨਾਂ ਨੂੰ ਬਰਾਬਰ ਦੇ ਹੱਕ ਦਿੱਤੇ ਨੇ ਔਰ ਖਾਸ ਕਰਕੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਹਨਾਂ ਵਾਸਤੇ ਜੋ ਮਾਣ ਬਖਸ਼ਿਆ, ਜਿਸ ਤਰੀਕੇ ਦੇ ਨਾਲ ਇਹਨਾਂ ਦੀ ਉਪਮਾ ਕੀਤੀ ਹੈ ਗੁਰਬਾਣੀ ਦੇ ਵਿੱਚ। ਸੋ ਇਸ ਕਰਕੇ ਇਹਨਾਂ ਬੱਚਿਆਂ ਨੂੰ ਸਹੀ ਪੰਜਾਬ ਦੇ ਨੌਜਵਾਨ, ਪੰਜਾਬ ਦੀਆਂ ਧੀਆਂ ਨੂੰ
ਅਸੀਂ ਆਪਣੇ ਸਟੂਡੀਓ 'ਚ ਬੁਲਾਇਆ। ਅਸੀਂ ਇਹਨਾਂ ਤੋਂ ਜਾਣਨਾ ਚਾਹਿਆ ਕਿ ਕਿਸਾਨਾਂ ਦੇ ਮੁੱਦੇ ਦੇ ਵਿੱਚ ਕਿਸਾਨਾਂ ਦੀਆਂ ਬੱਚੀਆਂ ਕਿਸਾਨਾਂ ਦੇ ਨਾਲ ਕਿਸ ਤਰ੍ਹਾਂ ਦਾ ਸਹਿਯੋਗ ਕਰਨਗੇ, ਔਰ ਖਾਸ ਕਰਕੇ ਕਲਾਕਾਰਾਂ ਦੇ ਆਉਣ ਦੇ ਨਾਲ ਕਿਸਾਨਾਂ ਦੇ ਇਸ ਮੋਰਚੇ ਨੂੰ ਕੈਸਾ ਬਲ ਮਿਲੇਗਾ। ਕਿਸਾਨਾਂ ਦੇ ਇਸ ਮੋਰਚੇ ਦੇ ਵਿੱਚ ਕਲਾਕਾਰ ਅਗਰ ਆਉਂਦੇ ਨੇ, ਜਦੋਂ ਯੂਥ ਦਾ ਜਨ ਸੈਲਾਬ ਆਏਗਾ ਤਾਂ ਸਰਕਾਰਾਂ ਦੀ ਨੀਂਦ ਕਿੱਦਾਂ ਉੱਡੇਗੀ, ਕੋਹਰਾਮ ਕਿਸ ਤਰ੍ਹਾਂ ਦਾ ਮਚੇਗਾ ਸੜਕਾਂ ਦੇ ਉੱਤੇ। ਪ੍ਰਸ਼ਾਸਨ ਦੇ ਕੋਲ ਇਸਨੇ ਪੁਖਤਾ ਪ੍ਰਬੰਧ ਹੈ ਨੇ ਕਿ ਉਹ ਇਹਨਾਂ ਦਾ ਇੰਤਜ਼ਾਮ ਕਰ ਸਕਣ। ਪਰ ਮੈਂ ਪੁਸ਼ਪਾ ਜੀ 2 ਦਿਨਾਂ ਦੀ ਗੱਲ ਜ਼ਰੂਰ ਕਰਨੀ ਚਾਹਾਂਗਾ। ਕੇਂਦਰ ਸਰਕਾਰ ਦਾ ਤਾਨਾਸ਼ਾਹ ਰਵੱਈਆ, ਅਗਰ ਕੋਈ ਗਿਲਾ ਸ਼ਿਕਵਾ ਕਰਨ ਵਾਸਤੇ ਕੇਂਦਰ ਸਰਕਾਰ ਦੇ ਕੋਲ ਜਾਣਾ ਚਾਹੁੰਦਾ, ਪੰਜਾਬ ਦੀ ਧਰਤੀ ਤੋਂ ਉਹਨੂੰ ਰੋਕਿਆ ਕਿੱਥੇ ਜਾ ਰਿਹਾ? ਅੰਬਾਲਾ ਬਾਰਡਰ ਤੇ। ਅਗਰ ਕਾਂਗਰਸ ਪਾਰਟੀ ਟਰੈਕਟਰ ਰੈਲੀ ਲੈ ਕੇ ਜਾਂਦੀ ਹੈ ਅੰਬਾਲੇ ਤੋਂ, ਤਾਕਤ ਦੇ ਨਾਲ, ਪੁਲਿਸ ਦੀ ਦੁਰਵਰਤੋਂ ਨਾਲ, ਬਲ ਪ੍ਰਯੋਗ ਦੇ ਨਾਲ ਵਾਪਸ ਭੇਜ ਦਿੱਤਾ ਜਾਂਦਾ। ਅੱਜ ਲੋਕ ਇਨਸਾਫ ਪਾਰਟੀ ਪਹੁੰਚਦੀ ਹੈ ਤਾਂ ਮੋਟਰਸਾਈਕਲ ਰੈਲੀ ਲੈ ਕੇ ਪਹੁੰਚਦੀ ਹੈ, ਉਹਨੂੰ ਵੀ ਉੱਥੋਂ ਮੋੜ ਦਿੱਤਾ ਜਾਂਦਾ। ਤੇ ਭਾਈ ਕੇਂਦਰ ਸਰਕਾਰ ਵਾਲਿਓ, ਇਹ ਤਾਂ ਦੱਸ ਦਿਓ ਇਹ ਜਾਣ ਤੇ ਕਿੱਧਰ ਜਾਣ? ਜੇ ਆਪਣਾ ਦੁੱਖ ਲੈ ਕੇ ਤੁਹਾਡੇ ਤੱਕ ਨਹੀਂ ਆਣਗੇ, ਅਸੀਂ ਮੰਨਿਆ ਕਿ ਤੁਹਾਡੀ ਅੰਬਾਲੇ ਦੇ ਵਿੱਚ ਸਰਕਾਰ ਹੈ, ਤੁਹਾਡੀ ਹਿਮਾਚਲ 'ਚ ਸਰਕਾਰ ਹੈ, ਤਾਂ ਇਹਦਾ ਮਤਲਬ ਹੈ ਕਿ ਪੰਜਾਬ ਦੇ ਵਾਸੀਆਂ ਨੂੰ ਤੁਸੀਂ ਦੇਸ਼ਵਾਸੀ ਨਹੀਂ ਮੰਨਦੇ, ਪੰਜਾਬ ਦੇ ਲੋਕ ਤੁਹਾਡੇ ਦੇਸ਼ ਦਾ ਹਿੱਸਾ ਨਹੀਂ। ਤਾਂ ਇਹਨਾਂ ਨੂੰ ਡੱਕਿਆ ਕਿਉਂ ਜਾ ਰਿਹਾ ਹੈ? ਇਹ ਆਪਣੀ ਹੱਕ ਦੀ ਆਵਾਜ਼, ਆਪਣੀ ਜੋ ਹੋਈ ਧੱਕੇਸ਼ਾਹੀ ਹੈ, ਉਹਨੂੰ ਇਹ ਰੋਕ ਨਹੀਂ ਸਕਦੇ, ਇਹ ਕੁਰਲਾ ਵੀ ਨਹੀਂ ਸਕਦੇ, ਇਹ ਚੀਕ ਵੀ ਨਹੀਂ ਮਾਰ ਸਕਦੇ, ਇਹ ਦਿੱਲੀ ਆਣ ਕੇ ਤੁਹਾਡੇ ਨਾਲ ਗੱਲ ਵੀ ਨਹੀਂ ਕਰ ਸਕਦੇ। ਇਹ ਨਾਇਨਸਾਫੀ ਕਿਸਾਨਾਂ ਦੇ ਨਾਲ ਕਿਉਂ? ਤੇ ਜੇ ਇਸ ਤਰ੍ਹਾਂ ਦਾ ਧੱਕਾ ਕਿਸਾਨਾਂ ਨੇ ਕਰ ਦਿੱਤਾ ਤਾਂ ਫਿਰ ਤੁਸੀਂ ਦੇਖਦੇ ਰਹਿ ਜਾਣਾ ਜੇ। ਕਿਸਾਨਾਂ ਦੇ ਇਮਤਿਹਾਨ ਨਾ ਲਓ, ਇਸ ਤਰ੍ਹਾਂ ਨਾ ਹੋਵੇ ਕਿ ਤੁਹਾਡੀ ਇਹ ਧੱਕੇਸ਼ਾਹੀ ਕਿਤੇ ਤੁਹਾਨੂੰ ਮਹਿੰਗੀ ਪੈ ਜਾਵੇ। ਕਿਸਾਨ ਸ਼ਾਂਤ ਨੇ, ਸ਼ਾਂਤ ਰਹਿਣ ਦਿਓ, ਔਰ ਇਹ ਸ਼ਾਂਤ ਦੇ ਨਾਲ ਹੀ ਇਹ ਮਸਲੇ ਦਾ ਹੱਲ ਛੇਤੀ ਤੋਂ ਛੇਤੀ ਲੱਭੋ, ਜਿਸ ਦੇ ਨਾਲ ਕਿਸਾਨ ਖੁਸ਼ ਕੀਤੇ ਜਾਣ। ਸੋ ਆਏ ਹੋਏ ਮਹਿਮਾਨਾਂ ਦਾ ਬਹੁਤ ਬਹੁਤ ਧੰਨਵਾਦ। ਪੁਸ਼ਪਾ ਜੀ ਤੁਹਾਡਾ ਵੀ, ਹਿਨਾ ਜੀ ਤੁਹਾਡਾ ਵੀ, ਔਰ ਸਿਮਰਨ ਜੀ ਤੁਹਾਡਾ ਵੀ। ਸੋ ਦਿਓ ਇਜਾਜ਼ਤ, ਸ਼ੁਕਰੀਆ, ਮਿਹਰਬਾਨੀ।